ਹੈਲੋ ਸਟੂਡੈਂਟਸ, ਅੱਜ ਅਸੀਂ ਗੱਲ ਕਰਾਂਗੇ ਸਿੱਖੀਜ਼ਮ ਐਂਡ 10 ਗੁਰੂਜ਼। ਸਿੱਖ ਧਰਮ ਦੇ ਬਾਰੇ ਅਤੇ 10 ਗੁਰੂਆਂ ਦੇ ਬਾਰੇ ਗੱਲ ਕਰਾਂਗੇ। ਇਹ ਆਪਣਾ ਟੌਪਿਕ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਟੌਪਿਕ ਹੈ। ਪੰਜਾਬ ਦੇ ਵਿੱਚ ਜਿੰਨੇ ਵੀ ਪੇਪਰ ਹੁੰਦੇ ਹਨ ਹੁਣ ਤੱਕ, ਜਿੰਨੇ ਵੀ ਹੋਏ ਨੇ ਜਾਂ ਅੱਗੇ ਹੋਣੇ ਨੇ, ਤਾਂ ਉਹਨਾਂ ਦੇ ਵਿੱਚ ਇਹ ਟੌਪਿਕ ਕਾਫੀ ਮਹੱਤਵਪੂਰਨ ਹੈ। ਤਾਂ ਇਸ ਨੂੰ ਬਹੁਤ ਧਿਆਨ ਨਾਲ ਸੁਣਨਾ। ਇਹਦੇ ਵਿੱਚੋਂ ਕਾਫੀ ਜ਼ਿਆਦਾ ਕੁਐਸਚਨ ਆਉਂਦੇ ਹਨ। ਲਾਸਟ ਟਾਈਮ ਜਦੋਂ ਪੇਪਰ ਹੋਇਆ ਸੀਗਾ ਆਪਣਾ, 1 ਤੋਂ 2 ਪੇਪਰ ਹੋਏ ਸੀਗੇ PSSB ਦਾ, ਉਸ ਦੇ ਵਿੱਚ ਕੁਐਸਚਨ ਆਇਆ ਸੀ ਗੁਰੂ ਨਾਨਕ ਦੇਵ ਜੀ ਦੇ ਇਤਿਹਾਸ ਦੇ ਵਿੱਚੋਂ ਪੁੱਛਿਆ ਗਿਆ ਸੀ। ਦੂਸਰੇ ਗੁਰੂ ਜੀ ਦੇ ਵਿੱਚੋਂ ਇਤਿਹਾਸ ਦੇ ਵਿੱਚੋਂ ਕਾਫੀ ਕੁਐਸਚਨ ਮਤਲਬ ਅਲੱਗ-ਅਲੱਗ ਪੇਪਰਾਂ ਦੇ ਵਿੱਚ ਪੁੱਛੇ ਜਾਂਦੇ ਨੇ। ਔਰ PCS ਦੇ ਵਿੱਚ ਇਹਨਾਂ ਦੇ ਵਿੱਚੋਂ 3 ਜਾਂ 4 ਨੰਬਰ ਦਾ ਪੇਪਰ ਜ਼ਰੂਰ ਆਉਂਦਾ ਹੈ। ਇਸ ਲਈ ਇਹ ਟੌਪਿਕ ਨੂੰ ਬਹੁਤ ਧਿਆਨ ਨਾਲ ਸੁਣਨਾ। ਅਤੇ ਹੁਣ ਅਸੀਂ ਗੱਲ ਕਰ ਲਈਏ ਸਿੱਖੀਜ਼ਮ ਦੇ ਬਾਰੇ ਅਤੇ 10 ਗੁਰੂਆਂ ਦੇ ਬਾਰੇ। ਅਤੇ ਸਭ ਤੋਂ ਪਹਿਲਾਂ ਅਸੀਂ ਗੱਲ ਕਰਾਂਗੇ ਇਹਦਾ ਟਾਈਮ ਕੀ ਸੀ, ਟਾਈਮ ਪੀਰੀਅਡ ਕਿਹੜਾ ਸੀ। ਤਾਂ ਟਾਈਮ ਪੀਰੀਅਡ ਦੀ ਗੱਲ ਕਰ ਲਈਏ 1469 ਤੋਂ 1708 ਦੇ ਵਿੱਚ ਇਹ ਸਮਾਂ ਸੀਗਾ। ਇਹ ਸਮਾਂ ਕਿੰਨੇ ਸਾਲ ਦਾ ਸੀ? 239 ਸਾਲ ਦਾ ਸੀਗਾ, ਜਿਸ ਦੇ ਵਿੱਚ ਮਤਲਬ 10 ਗੁਰੂਜ਼ ਹੋਏ ਨੇ। ਅਤੇ ਉਸ ਤੋਂ ਪਹਿਲਾਂ ਅਸੀਂ ਗੱਲ ਕਰਾਂਗੇ ਵੀ ਸਿੱਖ ਧਰਮ ਦੀ ਉਤਪੱਤੀ ਕਿਵੇਂ ਹੋਈ, ਕਿੰਨਾਂ ਹਾਲਾਤਾਂ ਦੇ ਵਿੱਚ ਹੋਈ। 1469 ਈਸਵੀ ਦੇ ਵਿੱਚ ਇਹ ਸ਼ੁਰੂ ਹੋਇਆ। ਇਹਨਾਂ ਦੇ ਜਿਹੜੇ ਮੋਢੀ ਨੇ ਸਿੱਖ ਧਰਮ ਦੇ, ਉਹ ਗੁਰੂ ਨਾਨਕ ਦੇਵ ਜੀ ਨੇ। ਉਹਨਾਂ ਦਾ ਜਨਮ ਕਿੱਥੇ ਹੋਇਆ, ਸਿੱਖਿਆਵਾਂ ਉਹਨਾਂ ਦੀਆਂ ਉਦਾਸੀਆਂ ਕਿਹੜੀ ਕਿਹੜੀ ਜਗ੍ਹਾ 'ਤੇ ਗਏ ਉਹ, ਅਤੇ ਉਸ ਤੋਂ ਬਾਅਦ ਕਿਹਨਾਂ ਨੂੰ ਗੱਦੀ ਦਿੱਤੀ। ਅਸੀਂ ਹਰ ਚੀਜ਼ ਨੂੰ ਬੜੀ ਡੂੰਘਾਈ ਨਾਲ ਇਸ ਵੀਡੀਓ ਦੇ ਲੈਕਚਰ ਵਿੱਚ ਪੜ੍ਹਾਂਗੇ, ਤੁਸੀਂ ਧਿਆਨ ਨਾਲ ਸੁਣਨਾ। ਜਦੋਂ ਭਾਰਤ ਦੇ ਵਿੱਚ ਭਗਤੀ ਲਹਿਰ ਦਾ ਦੌਰ ਸੀ, ਤਾਂ ਉਸ ਦੇ ਟਾਈਮ ਨਾ ਉੱਤਰੀ ਭਾਰਤ ਦੇ ਵਿੱਚ ਭਗਤੀ ਲਹਿਰ ਦੇ ਪ੍ਰਮੁੱਖ ਆਗੂ ਰਾਮਾਨੰਦ ਜੀ ਸਨ। ਉਹਨਾਂ ਨੇ ਨਾ ਦੱਖਣ ਭਾਰਤ ਦੇ ਪ੍ਰਸਿੱਧ ਸੰਤ ਗਿਆਨੀ ਰਾਮਾਨੰਦ ਜੀ ਦੀਆਂ ਸਿੱਖਿਆਵਾਂ ਦਾ ਪ੍ਰਚਾਰ ਕੀਤਾ ਸੀਗਾ ਕਾਫੀ ਜਗ੍ਹਾ 'ਤੇ ਜਾ ਕੇ। ਅਤੇ ਉਹਨਾਂ ਨੇ ਗੰਗਾ ਦੇ ਮੈਦਾਨਾਂ ਦੇ ਵਿੱਚ ਭਗਤੀ ਲਹਿਰ, ਰਾਮਾਨੰਦ ਜੀ ਦੇ ਸ਼ਿਸ਼ ਸੀ ਕਬੀਰ ਅਤੇ ਰਵਿਦਾਸ, ਅਤੇ ਫਿਰ ਮਹਾਰਾਸ਼ਟਰ ਦੇ ਵਿੱਚ ਸੀਗੇ ਪਰਮਾਨੰਦ, ਤੁਕਾਰਾਮ ਅਤੇ ਨਾਮਦੇਵ ਜੀ ਸੀ। ਰਾਜਸਥਾਨ ਦੇ ਵਿੱਚ ਸੀਗੇ ਮੀਰਾਬਾਈ ਨੇ। ਬੰਗਾਲ ਦੇ ਵਿੱਚ ਚੈਤਨਿਆ ਮਹਾਂਪ੍ਰਭੂ ਕਾਫੀ ਫੇਮਸ ਹੋਏ ਨੇ। ਤੇਲੰਗਾਨਾ ਮਤਲਬ ਅਲੱਗ-ਅਲੱਗ ਹਿੱਸਿਆਂ ਦੇ ਵਿੱਚ ਅਲੱਗ-ਅਲੱਗ ਗੁਰੂ ਉਸ ਟਾਈਮ ਭਗਤੀ ਲਹਿਰ ਦਾ ਦੌਰ ਸੀਗਾ। ਭਗਤੀ ਕਾਲ ਕਿਹਾ ਜਾਂਦਾ ਹੈ ਉਸ ਦੌਰ ਨੂੰ। ਤਾਂ ਚੈਤਨਿਆ ਮਹਾਂਪ੍ਰਭੂ ਤੋਂ ਬਾਅਦ ਤੇਲੰਗਾਨਾ ਦੀ ਗੱਲ ਕਰੀਏ ਤਾਂ ਉੱਥੇ ਸੀਗੇ ਵੱਲਾ ਭਾਈ ਸਵਾਮੀ। ਜਦੋਂ ਸਿੰਧ ਵਾਲੇ ਪਾਸੇ ਆਉਂਦੇ ਤਾਂ ਉਸ ਟਾਈਮ ਦੇ ਸਿੰਧ ਦੇ ਵਿੱਚ ਉਹਨਾਂ ਨੇ ਸਾਧਨਾ ਨੂੰ ਜ਼ਿਆਦਾ ਹਰਮਨ ਪਿਆਰਾ ਬਣਾਇਆ ਸੀ, ਵੀ ਸਾਧਨਾ ਕਰਦੇ ਸੀਗੇ ਉਹ। ਜਿਹੜੇ ਸਾਰੇ ਭਗਤ ਹੋਏ ਆ, ਸੰਤ ਹੋਇਆ, ਪ੍ਰਭੂ ਦਾ ਇਹਨਾਂ ਨੇ ਪਿਆਰ ਦਾ ਸੁਨੇਹਾ ਦਿੱਤਾ। ਇਹਨਾਂ ਨੇ ਇੱਥੇ ਜਿਹੜਾ ਆਤਮਾ ਦਾ ਗਿਆਨ ਆ, ਉਹਦੇ ਉੱਤੇ ਇਹਨਾਂ ਨੇ ਕਾਫੀ ਜ਼ੋਰ ਦਿੱਤਾ ਹੈ। ਬਾਹਰਲੀ ਦਿਖਾਵੇ ਤੋਂ, ਰਸਮਾਂ ਤੋਂ ਇਹਨਾਂ ਦਾ ਵਿਰੋਧ ਕਰਦੇ ਸੀਗੇ। ਅਤੇ ਜਿਹੜੇ ਹਿੰਦੂ ਧਰਮ ਦੇ ਵਿੱਚ ਜੋ ਭਗਤੀ ਲਹਿਰ ਨੇ ਕੀਤਾ, ਹਿੰਦੂ ਧਰਮ ਦੇ ਵਿੱਚ ਭਗਤੀ ਲਹਿਰ ਨੇ ਜਿਹੜਾ ਕੰਮ ਕੀਤਾ, ਉਹ ਕੰਮ ਇਸਲਾਮ ਦੇ ਵਿੱਚ ਸੂਫੀ ਸੰਤਾਂ ਨੇ ਕੀਤਾ ਸੀਗਾ। ਸੂਫੀ ਸੰਤ ਦਾ ਮਤਲਬ ਤੁਸੀਂ ਈਰਾਨ ਤੋਂ ਜਿਹੜੇ ਆਏ ਸੀਗੇ, ਉਹ ਭਾਰਤ ਦੇ ਵਿੱਚ ਹੀ ਸਥਾਪਿਤ ਹੋ ਗਏ। ਈਰਾਨ ਤੋਂ ਜਿਹੜੇ ਵੀ ਸੰਤ ਮਹਾਤਮਾ ਪੀਰ ਪੈਗੰਬਰ ਆਏ ਸੀ, ਉਹ ਇੱਧਰ ਆਏ ਪੰਜਾਬ ਦੇ ਵਿੱਚ। ਉਹਨਾਂ ਨੇ ਆਤਮ ਚਿੰਤਨ ਸੀ, ਉਹਨਾਂ ਨੂੰ ਕਾਫੀ ਜ਼ਿਆਦਾ ਪਰਮਾਤਮਾ ਨਾਲ ਜੁੜੇ ਹੋਏ ਸੀ। ਉਹਨਾਂ ਦਾ ਜਿਹੜਾ ਮੇਨ ਹੈੱਡਕੁਆਟਰ, ਕੇਂਦਰ ਸਥਾਨ ਸੀ, ਉਹ ਸਾਰਾ ਲਾਹੌਰ ਸੀ ਜਾਂ ਮੁਲਤਾਨ ਸੀ। ਅਤੇ ਇੱਕ ਜਗ੍ਹਾ ਕੀ ਪੱਕਮੱਤਾ, ਸਰਹੰਦ ਪੰਜਾਬ ਦੇ ਵਿੱਚ, ਸਮਾਣਾ, ਦਿੱਲੀ, ਅਜਮੇਰ, ਗੁਲਬਰਗ, ਇਹ ਮਤਲਬ ਮੇਨ ਜਗ੍ਹਾ ਸੀ ਜਿੱਥੇ ਇਹਨਾਂ ਨੇ ਇਸ ਚੀਜ਼ ਦਾ ਪ੍ਰਚਾਰ ਕੀਤਾ। 15ਵੀਂ ਸਦੀ ਦੇ ਸਟਾਰਟਿੰਗ ਦੇ ਵਿੱਚ ਜਿਹੜਾ ਉੱਤਰ ਭਾਰਤ ਦੇ ਵਿੱਚ 1 ਦਰਜਨ ਤੋਂ ਜ਼ਿਆਦਾ ਜਿਹੜੇ ਲੋਕ ਸੀਗੇ, ਉਹ ਸੂਫੀ ਮੱਤ ਦੇ ਵਿੱਚ ਧਾਰਨੀ ਹੋ ਗਏ। ਉਹਨਾਂ ਨੇ ਕਿਤੇ ਨਾ ਕਿਤੇ ਉਹ ਧਰਮ ਨੂੰ ਸਵੀਕਾਰ ਕੀਤਾ, ਮੰਨਿਆ। ਅਤੇ ਜੇ ਇਸ ਤੋਂ ਅੱਗੇ ਗੱਲ ਕਰ ਲਈਏ ਤਾਂ ਇਹਨਾਂ ਦੇ ਜਿਹੜੇ ਮੁਸਲਿਮ ਫਕੀਰ ਸੀ, ਉਹਨਾਂ ਨੇ ਆਤਮ ਚਿੰਤਨ 'ਤੇ ਥੋੜ੍ਹਾ ਜ਼ਿਆਦਾ ਜ਼ੋਰ ਦਿੱਤਾ। ਉਹਨਾਂ ਦਾ ਸਿਧਾਂਤ ਇਹ ਸੀਗਾ ਵੀ ਜਿਹੜਾ ਧਾਰਮਿਕ ਹੋਣਾ ਕੇਵਲ ਪਰਮਾਤਮਾ ਨੂੰ ਪਿਆਰ ਕਰਨਾ ਹੀ ਸੀ। ਉਹ ਜੋ ਵੀ ਹੋਏ ਨੇ ਉਸ ਟਾਈਮ ਦੇ ਵਿੱਚ ਪੈਰੋਕਾਰ ਹੋਏ ਨੇ, ਉਹਨਾਂ ਨੇ ਸਿੱਖਿਆਵਾਂ ਦਿੱਤੀਆਂ ਲੋਕਾਂ ਨੂੰ ਸਹੀ ਰਸਤੇ 'ਤੇ ਲਿਆਉਣ ਲਈ। ਉਹਨਾਂ ਮੁਸਲਮਾਨਾਂ ਨੇ ਸਭ ਤੋਂ ਵੱਡੀ ਕਾਨੂੰਨ ਬਣਾਉਣ ਵਾਲੀ ਹਕੂਮਤ ਨੂੰ ਜ਼ਿਆਦਾਤਰ ਉਲਮਾ ਕਹਿੰਦੇ ਸੀ, ਉਲਮਾ ਨੂੰ ਨਹੀਂ ਮੰਨਦੇ ਸੀਗੇ। ਅਤੇ ਫਿਰ ਜਿਹੜੇ ਸੂਫੀ ਸੰਤਾਂ ਦੀ ਸੋਚ ਜ਼ਿਆਦਾ ਥੋੜ੍ਹੀ ਜਿਹੀ ਵਿਸ਼ਾਲ ਸੀ, ਉਹ ਸਹਿਣਸ਼ੀਲ ਸੁਭਾਅ ਦੇ ਵੀ ਸੀ। ਉਹਨਾਂ 'ਚ ਕਈਆਂ ਨੂੰ ਹਿੰਦੂਆਂ ਤੋਂ ਵੱਖ ਕਰਨ ਦੀ ਕੋਸ਼ਿਸ਼ ਨਹੀਂ ਕੀਤੀ। ਉਹ ਐ ਨਹੀਂ ਚਾਹੁੰਦੇ ਸੀ ਵੀ ਹਿੰਦੂ ਅਲੱਗ ਨੇ, ਮੁਸਲਮਾਨ ਅਲੱਗ ਨੇ, ਇੱਦਾਂ ਦੀ ਫਿੱਕ ਨਹੀਂ ਸੀ ਉਹ ਪਾਉਂਦੇ। ਭਗਤੀ ਅਤੇ ਸੂਫੀ ਲਹਿਰ ਦੇ ਦੇਸ਼ ਨੇ ਇੱਕ ਧਾਰਮਿਕ ਮਾਹੌਲ ਦੀ ਸਿਰਜਣਾ ਕੀਤੀ। ਮਾਹੌਲ ਇੱਕਦਮ ਧਾਰਮਿਕ ਹੋ ਗਿਆ। ਉਹ ਪਰਮਾਤਮਾ 'ਤੇ ਬਹੁਤ ਜ਼ਿਆਦਾ ਵਿਚਾਰ ਰੱਖਦੇ ਸੀ। ਜਿਹੜੀ ਰੂੜੀਵਾਦੀ ਸੋਚ ਸੀ
ਉਹਨੂੰ ਬਿਲਕੁਲ ਮਹੱਤਤਾ ਨਹੀਂ ਦਿੱਤੀ। ਹਿੰਦੂਵਾਦ, ਇਸਲਾਮ ਇੱਕ ਦੂਜੇ ਤੋਂ ਵੱਖਰੇ ਨਹੀਂ ਸੀ, ਉਹ ਇੱਕੋ ਹੀ ਸੀ। ਦੋਨਾਂ ਧਰਮਾਂ ਦੇ ਜਿਹੜੇ ਚੇਲੇ ਸੀ ਵਿਚਲੀਆਂ ਉਹਨਾਂ ਨੂੰ ਸਾਂਝਾਂ ਨੂੰ ਮਹਿਸੂਸ ਕਰਕੇ ਮਤਲਬ ਭਾਈਚਾਰਕ ਸਾਂਝ ਨਾਲ ਰਹਿੰਦੇ ਸੀ। ਉਹਨਾਂ ਵਿੱਚ ਕੋਈ ਮਨ ਮੁਟਾਵ ਨਹੀਂ ਸੀ, ਨਾ ਕੋਈ ਮਤਭੇਦ ਸੀ। ਪਰ ਜਿਹੜਾ ਇਸ ਸਮੇਂ ਬਦਲਦੇ ਸਮੇਂ ਦੇ ਵਿੱਚ, ਇਸ ਸਮੇਂ ਦੇ ਚੱਲਦੇ ਵਿੱਚ ਗੁਰੂ ਨਾਨਕ ਦੇਵ ਜੀ ਦਾ ਜਨਮ ਹੁੰਦਾ ਹੈ। ਉਹਨਾਂ ਨੇ ਮਾਨਵਤਾ ਨੂੰ ਪਿਆਰ ਅਤੇ ਵਿਸ਼ਵਾਸ ਦਾ ਪਾਠ ਪੜ੍ਹਾਇਆ। ਉਹਨਾਂ ਨੇ ਆਪਣਾ ਇੱਕ ਸੁਨੇਹਾ ਦੂਰ ਦਰਾਡੇ ਪਹੁੰਚਾਇਆ। ਗੁਰੂ ਜੀ ਦੀਆਂ ਸਿੱਖਿਆਵਾਂ ਨਾਲ ਤਬਦੀਲੀ ਦਾ ਦੌਰ ਹੈ ਜਿਹੜਾ ਹੋਰ ਵੀ ਤੇਜ਼ ਹੋ ਗਿਆ। ਉਸ ਤੋਂ ਬਾਅਦ ਭਗਤੀ, ਸੂਫੀ ਜਿਹੜੇ ਸੀਗੇ, ਇਹਨਾਂ ਨੇ ਪ੍ਰਮਾਤਮਾ ਨੂੰ ਪਾਉਣ ਦਾ ਰਸਤਾ ਅਤੇ ਪ੍ਰਮਾਤਮਾ ਪ੍ਰਤੀ ਪਿਆਰ ਨੂੰ ਦੱਸਿਆ। ਭਗਤੀ ਮੱਤ ਨਾਲ ਇਹਨਾਂ ਨੂੰ ਬਹੁਤ ਜ਼ਿਆਦਾ ਲੋਕਾਂ ਨੂੰ ਸਹੀ ਰਸਤੇ, ਸਹੀ ਮਾਰਗ 'ਤੇ ਲੈ ਕੇ ਆਏ। ਉਸ ਤੋਂ ਬਾਅਦ ਅਸੀਂ ਗੱਲ ਕਰ ਲਈਏ ਜਿਹੜੇ ਭਗਤੀ ਅਤੇ ਸੂਫੀ ਨਾਲੋਂ ਇਹਨਾਂ ਦੇ ਸਿਧਾਂਤਾਂ ਦੇ ਵਿੱਚ ਥੋੜ੍ਹਾ ਮਤਭੇਦ ਸੀਗਾ। ਜੇ ਆਪਾਂ ਗੱਲ ਕਰ ਲਈਏ ਗੁਰੂ ਜੀ ਦੇ ਅਨੁਸਾਰ ਆਤਮ ਚਿੰਤਨ ਕਰਕੇ ਬਰਾਬਰੀ ਨਹੀਂ ਕਰ ਸਕਦਾ। ਗੁਰੂ ਸਾਹਿਬ ਦੀ ਸੋਚ ਇੱਕ ਪਰਮਾਤਮਾ ਦੀ ਹੋਂਦ ਦੁਆਲੇ ਹੀ ਘੁੰਮਦੀ ਹੈ। ਉਹਨਾਂ ਨੇ ਉਸ ਨੂੰ ਸਰਵ ਸ਼ਕਤੀਮਾਨ ਦੀ ਮਹਿਮਾ ਦਾ ਗੁਣਗਾਨ ਕੀਤਾ। ਮੂਰਤੀ ਪੂਜਾ ਦਾ ਗੁਰੂ ਜੀ ਨੇ ਵਿਰੋਧ ਕੀਤਾ। ਨੈਤਿਕ ਆਚਾਰ ਨੂੰ ਹੋਰ ਰੂਪਾਂ ਨੂੰ ਪਹਿਲ ਦਿੱਤੀ। ਬਰਾਬਰੀ, ਇਨਸਾਫ ਬਹੁਤ ਕੀਮਤੀ ਸਿਧਾਂਤ ਸੀ ਉਹਨਾਂ ਦੇ। ਮਨੁੱਖ ਦਾ ਨਿਰੋਲ ਧਾਰਮਿਕ ਨਿਸ਼ਕਾਮ ਸੇਵਾ ਸੀ। ਅਤੇ ਇਸ ਤੋਂ ਬਾਅਦ ਅਸੀਂ ਗੱਲ ਕਰ ਲਵਾਂਗੇ ਗੁਰੂ ਨਾਨਕ ਦੇਵ ਜੀ ਬਾਰੇ। ਸਿੱਖਾਂ ਦੇ ਪਹਿਲੇ ਗੁਰੂ ਸ਼੍ਰੀ ਗੁਰੂ ਨਾਨਕ ਦੇਵ ਜੀ। ਉਹਨਾਂ ਦਾ ਜਨਮ ਕਾਲ 1469 ਤੋਂ 1539 ਈਸਵੀ ਦੇ ਵਿੱਚ। 1400 ਸਿੱਖ ਹਿਸਟਰੀ ਸਟੱਡੀ ਮਟੀਰੀਅਲ। ਉਸ ਤੋਂ ਅੱਗੇ ਸ਼੍ਰੀ ਗੁਰੂ ਨਾਨਕ ਦੇਵ ਜੀ। ਸ਼੍ਰੀ ਗੁਰੂ ਨਾਨਕ ਦੇਵ ਜੀ ਬਾਰੇ ਪੜ੍ਹਾਂਗੇ। ਬਰਥ ਟਾਈਮ, ਉਹਨਾਂ ਦਾ ਹਿਸਟੋਰੀਕਲ ਬੈਕਗਰਾਊਂਡ ਕੀ ਹੈ। ਗੁਰੂ ਨਾਨਕ ਦੇਵ ਜੀ ਵਾਜ਼ ਏ ਫਾਊਂਡਰ ਆਫ ਸਿੱਖਿਜ਼ਮ। ਹੀ ਵਾਜ਼ ਬੋਰਨ। ਉਹਨਾਂ ਦਾ ਜਨਮ ਸਮਾਂ ਹੈ 15 ਅਪ੍ਰੈਲ 1469 AD। ਅਤੇ ਜਿਹੜੇ ਮਤਲਬ ਉਹਨਾਂ ਦਾ ਅੰਤਮ ਟਾਈਮ ਹੈਗਾ, ਉਹ ਡਾਈਡ ਹੋਈ ਉਹਨਾਂ ਦੀ ਸੈਪਟੰਬਰ 22, 1539 ਨੂੰ। ਉਹ ਸਿੱਖਾਂ ਦੇ ਵਿੱਚੋਂ ਪਹਿਲੇ ਗੁਰੂ ਸਨ। ਅਤੇ ਉਹਨਾਂ ਦਾ ਨਾਮ ਸੀ, ਪਿਤਾ ਦਾ ਨਾਮ ਸੀ ਮਹਿਤਾ ਕਾਲੂ, ਮਾਤਾ ਦਾ ਨਾਮ ਤ੍ਰਿਪਤਾ ਦੇਵੀ। ਅਤੇ ਉਸ ਤੋਂ ਬਾਅਦ ਸਿਸਟਰ ਮਾਤਾ ਬੀਬੀ ਨਾਨਕੀ, ਭੈਣ ਹਿਜ਼ ਐਲਡਰ ਸਿਸਟਰ ਵੱਡੇ ਸੀਗੇ ਬੀਬੀ ਨਾਨਕੀ। ਪੰਜਾਬ ਵਾਜ਼ ਦਾ ਹੋਮ ਆਫ ਦਾ ਮੋਸਟ ਸਿੱਖਸ ਐਂਡ ਦਾ ਵਰਲਡ। ਗੁਰੂ ਨਾਨਕ ਦੇਵ ਜੀ। ਉਸ ਤੋਂ ਬਾਅਦ ਅਸੀਂ ਅੱਗੇ ਗੱਲ ਕਰਾਂਗੇ ਅਪ੍ਰੈਲ। ਬਰਥ ਟਾਈਮ ਇਹਨਾਂ ਦਾ 15, ਇਸ ਨੂੰ ਪਹਿਲਾਂ ਹੀ ਦੱਸ ਚੁੱਕੇ। ਉਸ ਤੋਂ ਬਾਅਦ ਫਾਦਰ ਮਹਿਤਾ ਕਾਲੂ ਜੀ ਅਤੇ ਮਾਤਾ ਦਾ ਨਾਮ ਮਾਤਾ ਤ੍ਰਿਪਤਾ। ਸਿੰਬਲਿੰਗ ਬੇਬੇ ਨਾਨਕੀ ਜੀ। ਮਹਿਲ ਮਾਤਾ ਸੁਲੱਖਣੀ ਜੀ। ਮਾਤਾ ਸੁਲੱਖਣੀ ਉਹਨਾਂ ਦੀ ਸਨ ਵਾਈਫ। ਉਸ ਤੋਂ ਬਾਅਦ ਉਹਨਾਂ ਦੇ ਬੇਟੇ ਹੋਏ ਬਾਬਾ ਸ਼੍ਰੀ ਚੰਦ ਅਤੇ ਬਾਬਾ ਲਖਮੀ ਦਾਸ। ਅੱਗੇ ਬਾਬਾ ਲਖਮੀ ਦਾਸ ਜੀ ਨੇ ਅੱਗੇ ਜਾ ਕੇ ਉਦਾਸੀ ਸੰਪਰਦਾਇ ਦੀ ਸਥਾਪਨਾ ਕਰਦੇ ਨੇ। ਜੋਤੀ ਜੋਤ ਕਿੱਥੇ ਸਮਾਏ? ਜੋਤੀ ਜੋਤ ਉਹ ਸਮਾਏ ਸਤੰਬਰ 7, 1539 ਕਰਤਾਰਪੁਰ ਸਾਹਿਬ, ਪਾਕਿਸਤਾਨ। ਉਸ ਤੋਂ ਬਾਅਦ ਇਹਨਾਂ ਨੇ ਨਾਅਰਾ ਦਿੱਤਾ, ਨਾਮ ਜਪੋ, ਕਿਰਤ ਕਰੋ, ਵੰਡ ਛਕੋ, ਆਲਵੇਜ਼ ਰਿਮੈਂਬਰ ਗੋਡ, ਥਾਊਜ਼ੈਂਡ ਦਾ ਡੇ। ਕਿਰਤ ਕਰੋ, ਅਰਨ ਯੂਅਰ ਲਾਈਵਹੁੱਡ ਥਰੂ ਹਾਰਡ ਵਰਕ ਐਂਡ ਬਾਈ ਦਾ ਹੋਨੈਸਟ ਮੀਨਸ। ਵੰਡ ਛਕੋ, ਟੂ ਸੈਲਫਿਸ਼ਲੀ ਸਰਵ ਐਂਡ ਸ਼ੇਅਰ ਵਿਦ ਅਦਰਸ। ਅਤੇ ਉਹਨਾਂ ਨੇ ਮਤਲਬ ਇਹਨਾਂ ਨੂੰ ਸੁਨੇਹਾ ਦਿੱਤਾ। ਹੁਣ ਅਸੀਂ ਗੱਲ ਕਰ ਰਹੀਏ ਗੁਰੂ ਸਾਹਿਬ ਦੇ ਬਿਲਕੁਲ ਬਚਪਨ 'ਤੇ ਗੱਲ ਕਰਦੇ। ਸਭ ਤੋਂ ਪਹਿਲਾਂ ਗੱਲ ਕਰਾਂਗੇ ਉਹਨਾਂ ਦੇ ਬਚਪਨ ਤੋਂ। ਉਹ ਬਚਪਨ ਤੋਂ ਕਾਫੀ ਵਿਕਸਿਤ ਸੀ ਆਮ ਦੂਸਰਿਆਂ ਨਾਲੋਂ। ਅਤੇ ਉਹਨਾਂ ਦੇ ਮਨੋਰਥ ਕੁਛ ਹੋਰ ਸੀ, ਆਮ ਬਾਲਕਾਂ ਵਰਗੇ ਬਿਲਕੁਲ ਨਹੀਂ ਸਨ। ਗੁਰੂ ਸਾਹਿਬ ਜਦੋਂ ਗੁਰੂ ਸਾਹਿਬ 5 ਸਾਲ ਦੇ ਹੋਏ ਤਾਂ ਉਹਨਾਂ ਨੂੰ ਪੰਡਿਤ ਕੋਲ ਉਹਨਾਂ ਦੇ ਪੇਰੈਂਟਸ ਨੇ ਪੜ੍ਹਨ ਲਈ ਭੇਜਿਆ। ਪਰ ਜਦੋਂ ਪੰਡਿਤ ਕੋਲ ਪੜ੍ਹਨ ਗਏ ਤਾਂ ਉਹਨਾਂ ਦੇ ਅਧਿਆਪਕ, ਮੁਸਲਮਾਨ ਅਧਿਆਪਕ ਮੌਲਵੀ ਦੇ ਕੋਲੋਂ ਉਰਦੂ ਅਤੇ ਅਰਬੀ ਭਾਸ਼ਾ ਦਾ ਗਿਆਨ ਲਈ ਭੇਜਿਆ ਸੀ ਉਹਨਾਂ ਨੂੰ। ਉਹਨਾਂ ਦੇ ਗਿਆਨ ਅਤੇ ਰੱਬੀ ਨੂਰ ਨਾਲ ਭਰੀ ਇੱਕ ਕਵਿਤਾ ਰਚ ਕੇ ਆਪਣੇ ਗੁਰੂ ਨੂੰ ਬਿਲਕੁਲ ਹੈਰਾਨ ਕਰ ਦਿੱਤਾ ਸੀ। ਬਚਪਨ ਦੇ ਵਿੱਚ ਹੀ ਵੀ ਇੰਨਾ ਬੱਚਾ ਛੋਟੀ ਉਮਰ ਦੇ ਵਿੱਚ ਇੰਨਾ ਜ਼ਿਆਦਾ ਗਿਆਨ ਹੋਣਾ ਇੱਕ ਵੱਖਰੀ ਗੱਲ ਲੱਗ ਰਹੀ ਸੀ ਉਹਦੇ ਗੁਰੂ ਨੂੰ। ਇਹਨਾਂ ਦੇ ਮਤਲਬ ਜਿਹੜੇ ਗੁਰੂ ਸੀਗੇ ਗੁਰੂ ਨਾਨਕ ਦੇਵ ਜੀ ਦੇ ਮੌਲਵੀ, ਅਤੇ ਉੱਥੇ ਉਹ ਅਰਬੀ ਭਾਸ਼ਾ ਦਾ ਗਿਆਨ ਲੈਣ ਲਈ ਗਏ ਸੀਗੇ। ਮਾਤਾ ਪਿਤਾ ਨੇ ਉਹਨਾਂ ਨੂੰ ਭੇਜਿਆ ਵੀ ਤੁਸੀਂ ਗਿਆਨ ਲੈ ਕੇ। ਉਹਨਾਂ ਨੂੰ ਪਤਾ ਨਹੀਂ ਸੀ ਵੀ ਇਹ ਗੁਰੂ ਜੀ ਇੰਨੇ ਪਹੁੰਚੇ ਹੋਏ, ਇੰਨੀ ਛੋਟੀ ਉਮਰ ਦੇ ਵਿੱਚ ਉਹਨਾਂ ਨੂੰ ਇੰਨਾ ਗਿਆਨ ਹੈਗਾ। ਅਤੇ ਉਸ ਤੋਂ ਬਾਅਦ ਇੱਕ ਦਿਨ ਉਸ ਤੋਂ ਬਾਅਦ ਕੀ ਗੱਲ ਹੋਈ ਕਿ ਉਹ ਪਸ਼ੂ ਚਰਾਉਣ ਲਈ ਗਏ। ਪਸ਼ੂ ਕਿਸੇ ਕਿਸਾਨ ਦੇ ਹੋਰ ਖੇਤ ਵਿੱਚ ਜਾ ਕੇ ਵੜ ਗਏ। ਪਰ ਉਹਨਾਂ ਨੇ ਗੁੱਸੇ 'ਚ ਆ ਕੇ ਨਵਾਬ ਰਾਏ ਬੁਲਾਰ ਦੇ ਕੋਲ ਲੈ ਗਏ ਉਹਨੂੰ ਫੜ ਕੇ। ਕਹਿੰਦੇ ਉਹਨਾਂ ਨੇ ਸਾਫ਼ ਦੀ ਮੰਗ ਕੀਤੀ ਵੀ ਇਹਨਾਂ ਨੇ ਐਂ ਕਰਕੇ ਪਸ਼ੂ ਖੇਤਾਂ 'ਚ ਵੜਤੇ। ਫਿਰ ਜਦੋਂ ਰਾਏ ਬੁਲਾਰ ਨੇ ਨੁਕਸਾਨ ਦਾ ਅੰਦਾਜ਼ਾ ਲਾਉਣ ਲਈ ਆਪਣੇ ਬੰਦਿਆਂ ਨੂੰ ਭੇਜਦਾ, ਉੱਥੇ ਬੰਦਿਆਂ ਨੇ ਆਪਸ ਆ ਕੇ ਖਬਰ ਸੁਣਾਈ ਵੀ ਉੱਥੇ ਖੇਤ ਦੇ ਵਿੱਚ ਕੋਈ ਨੁਕਸਾਨ ਨਹੀਂ ਹੋਇਆ।
ਇੱਥੋਂ ਪਤਾ ਲੱਗਦਾ ਹੈ ਗੁਰੂ ਜੀ ਕਾਫੀ ਉੱਪਰ ਉੱਚ ਕੋਟੀ ਦੇ ਮਾਲਕ ਸੀ। ਅਤੇ ਇੱਕ ਦਿਨ ਇੱਕ ਹੋਰ ਗੱਲ ਹੈ ਕਿ ਇੱਕ ਵਾਰ ਉਹਨਾਂ ਪਿਤਾ ਨੇ ਉਹਨੂੰ ਕੁਝ ਪੈਸੇ ਦਿੱਤੇ, ਜਿਹਨੂੰ ਸੱਚਾ ਸੌਦਾ ਨਾਂ ਦੀ ਘਟਨਾ ਤੁਸੀਂ ਕਾਫੀ ਵਾਰ ਸੁਣੀ ਹੋਏਗੀ। ਅਤੇ 20 ਰੁਪਏ ਦੇ ਕੇ ਉਹਨੂੰ ਸੱਚਾ ਸੌਦਾ ਕਰਨ ਭੇਜਦੇ ਨੇ। ਅਤੇ ਉਹ ਕੀ ਕਰਦੇ ਨੇ ਗੁਰੂ ਸਾਹਿਬ, ਉਹ 20 ਰੁਪਇਆਂ ਦਾ ਭੁੱਖੇ ਸਾਧੂਆਂ ਨੂੰ ਭੋਜਨ ਕਰਵਾ ਦਿੰਦੇ ਨੇ। ਉੱਥੋਂ ਪਤਾ ਲੱਗਦਾ ਹੈ ਸਾਧੂ ਸੰਤਾਂ ਵਿੱਚ ਵੰਡ ਦਿੰਦੇ ਨੇ ਕਿ ਉਹ ਕਿੰਨਾ ਭਲਾ ਕਰਦੇ ਸੀ ਗਰੀਬਾਂ ਦਾ। ਆਪ ਖਾਲੀ ਹੱਥ ਤਲਵੰਡੀ ਆ ਗਏ ਸੀ। ਉਸ ਤੋਂ ਬਾਅਦ ਕੀ ਹੋਇਆ, ਉਹਨਾਂ ਨੇ ਦੁਨਿਆਵੀ ਵਤੀਰੇ ਨੂੰ ਝੁਕਾਉਣ ਲਈ ਮਾਤਾ ਪਿਤਾ ਨੇ ਉਹਨਾਂ ਨੇ ਸੋਚਿਆ ਵੀ ਇਹ ਹੁਣ ਇੱਦਾਂ ਹੀ ਕਰਨਗੇ, ਅਤੇ ਵਿਆਹ ਦੇ ਬੰਧਨ 'ਚ ਬੰਨ੍ਹਣ ਲਈ ਸੋਚਿਆ ਵੀ ਸ਼ਾਇਦ ਇਹ ਕੰਮ ਨਹੀਂ ਕਰਨਗੇ ਜਦੋਂ ਵਿਆਹ ਹੋ ਜਾਏਗਾ। ਅਤੇ ਜਦੋਂ ਵਿਆਹ ਦੇ ਲਈ ਕੀ ਹੋਇਆ, ਉਹਨਾਂ ਨੂੰ ਬਟਾਲਾ ਵਿਖੇ ਪੱਖੋ ਕੇ ਪਿੰਡ ਦੇ ਨੇੜੇ ਖਜ਼ਾਨਚੀ ਸੀਗੇ ਮੂਲ ਚੰਦ, ਉਹਨਾਂ ਦੀ ਸਪੁੱਤਰੀ ਸੀ ਸੁਲੱਖਣੀ, ਉਹਨਾਂ ਨਾਲ ਗੁਰੂ ਸਾਹਿਬ ਦਾ ਵਿਆਹ ਹੋਇਆ। ਵਿਆਹ ਤੋਂ ਮਗਰੋਂ ਦੁਨਿਆਵੀ ਕਾਰਜਾਂ ਵੱਲ ਨਹੀਂ ਝੁਕੇ। ਉਹਨਾਂ ਦੇ 2 ਪੁੱਤਰ ਹੋਏ, ਸ਼੍ਰੀ ਚੰਦ ਅਤੇ ਲక్ష్ਮੀ ਦਾਸ। ਉਹਨਾਂ ਦੇ ਮਨ ਦਾ ਝੁਕਾਅ ਨਹੀਂ ਬਦਲਿਆ। ਉਹ ਰੋਜੀ ਰੋਟੀ ਕਮਾਉਣ ਵਿੱਚ ਕੋਈ ਖਾਸ ਦਿਲਚਸਪੀ ਨਹੀਂ ਦਿੰਦੇ ਸੀ। ਉਹਨਾਂ ਦਾ ਧਿਆਨ ਸਿਰਫ ਪਰਮਾਤਮਾ ਵੱਲ ਹੀ ਜ਼ਿਆਦਾ ਰਹਿੰਦਾ ਸੀ। ਉਹਨਾਂ ਦੀ ਭੈਣ ਨਾਨਕੀ, ਉੱਪਰ ਮੈਂ ਦੱਸ ਚੁੱਕਿਆ, ਅਤੇ ਜੀਜਾ ਜੈ ਰਾਮ, ਉਹਨਾਂ ਨੇ ਸੁਲਤਾਨਪੁਰ ਲੈ ਗਏ ਅਤੇ ਉੱਥੋਂ ਦੇ ਨਵਾਬ ਦੌਲਤ ਖਾਂ ਦੇ ਮੋਦੀਖਾਨੇ ਵਿੱਚ ਉਹਨਾਂ ਨੂੰ ਨੌਕਰੀ 'ਤੇ ਰਖਵਾ ਦਿੱਤਾ। ਉਹਨਾਂ ਨੇ ਉੱਥੇ ਮਨ ਲਾ ਕੇ ਕੰਮ ਬਿਲਕੁਲ ਨਹੀਂ ਕੀਤਾ। ਉਹਨਾਂ ਦਾ ਬਚਪਨ ਦਾ ਸਾਥੀ ਸੀ ਭਾਈ ਮਰਦਾਨਾ, ਅਤੇ ਉਹਨਾਂ ਨੂੰ ਸੁਲਤਾਨ ਬੇਗਾ ਉੱਥੇ ਆ ਕੇ ਮਿਲੇ ਅਤੇ ਉਹਨਾਂ ਦੀ ਉਸਤਤੀ ਪਰਮਾਤਮਾ ਦੀ ਗਾਉਣ ਲੱਗ ਪਏ। ਉੱਥੇ ਵੀ 13 ਕਹਿ ਕੇ ਮੋਦੀਖਾਨੇ 'ਚ ਤੋਲਣ ਲੱਗ ਗਏ, ਉਹਨਾਂ ਦੀ ਡਿਊਟੀ ਲਾਈ ਸੀ। ਪਰ ਉਹਨਾਂ ਦੇ ਸਾਥੀ ਸੀ ਬਾਲਾ ਮਰਦਾਨਾ ਸੀਗੇ, ਭਾਈ ਮਰਦਾਨਾ। ਅਤੇ ਉਸ ਤੋਂ ਬਾਅਦ ਇੱਕ ਦਿਨ ਗੁਰੂ ਜੀ ਬੇਈ ਨਦੀ ਵਿੱਚ ਇਸ਼ਨਾਨ ਕਰਨ ਜਾਂਦੇ ਨੇ। ਇਹ ਉਸ ਤੋਂ ਬਾਅਦ ਦੀ ਘਟਨਾ, ਮਰਦਾਨੇ ਤੋਂ ਬਾਅਦ ਦੀ। ਅਤੇ ਜਦੋਂ ਬੇਈ ਨਦੀ 'ਚ ਇਸ਼ਨਾਨ ਕਰਨ ਜਾਂਦੇ ਆ ਤਾਂ ਉੱਥੇ ਗੁਰੂ ਸਾਹਿਬ ਕੀ ਹੁੰਦਾ, ਅਤੇ 3 ਦਿਨ ਅਲੋਪ ਰਹਿੰਦੇ ਨੇ। ਨਦੀ ਦੇ ਵਿੱਚ ਇਸ਼ਨਾਨ ਕਰਨ ਗਏ, ਉਸ ਤੋਂ ਬਾਅਦ ਉਹ ਬਾਹਰ ਆ ਕੇ ਰੱਬ ਦੇ ਨਾਂ ਨੂੰ ਪ੍ਰਚਾਰਿਤ ਕਰਨ ਦਾ ਸੁਨੇਹਾ ਦਿੰਦੇ ਨੇ। ਗੁਰੂ ਨਾਨਕ ਦੇਵ ਜੀ ਦੇ ਮਗਰ ਉਹਨਾਂ ਨੇ ਕਿਹਾ ਵੀ ਨਾ ਕੋਈ ਇੱਥੇ ਹਿੰਦੂ ਆ, ਨਾ ਕੋਈ ਮੁਸਲਮਾਨ ਆ, ਇੱਕ ਇਨਸਾਨ ਹੀ ਨੇ, ਸਾਰੇ ਇੱਕੋ ਜਿਹੇ ਨੇ। ਅਤੇ ਉਸ ਤੋਂ ਬਾਅਦ ਉਹਨਾਂ ਨੇ ਆਪਣੇ ਪਤਨੀ ਅਤੇ ਬੱਚਿਆਂ ਦਾ ਤਿਆਗ ਕਰ ਦਿੱਤਾ ਅਤੇ ਲੰਮੀਆਂ ਯਾਤਰਾਵਾਂ ਲਈ ਨਿਕਲ ਪਏ, ਜਿਨ੍ਹਾਂ ਨੂੰ ਉਦਾਸੀ ਕਿਹਾ ਜਾਂਦਾ ਹੈ। ਉਦਾਸੀਆਂ 'ਤੇ ਗਏ ਗੁਰੂ ਜੀ ਨੇ ਕੁੱਲ ਕਿੰਨੀਆਂ ਉਦਾਸੀਆਂ ਕੀਤੀਆਂ ਹਨ, ਇਹ ਵੀ ਪੇਪਰ 'ਚ ਕਾਫੀ ਵਾਰ ਆਉਂਦਾ। 3 ਉਦਾਸੀਆਂ ਕੀਤੀਆਂ। ਕਈ ਇਤਿਹਾਸਕਾਰਾਂ ਨੇ ਇਸ ਦਾ ਵਰਣਨ 4 ਉਦਾਸੀਆਂ 'ਤੇ ਕੀਤਾ। ਪਹਿਲੀ ਦੱਖਣ ਤੋਂ ਪੱਛਮ, ਪੱਛਮ ਤੋਂ ਉੱਤਰ, ਉੱਤਰ ਤੋਂ ਪੂਰਬ ਅਲੱਗ ਉਦਾਸੀਆਂ ਕੀਤੀਆਂ ਗੁਰੂ ਜੀ ਨੇ। ਅਤੇ ਇਹ ਪੇਪਰਾਂ ਦੇ ਵਿੱਚ ਕੁਐਸਚਨ ਕਦੇ ਬਹੁਤ ਘੱਟ ਪੁੱਛਿਆ ਨਹੀਂ ਗਿਆ, ਪਰ ਫਿਰ ਵੀ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਵੀ ਇਹ ਰਸਮੀ ਤੌਰ 'ਤੇ ਜਿਹੜੀਆਂ ਉਦਾਸੀਆਂ ਸੀ ਉਹਨੂੰ 4 ਭਾਗਾਂ 'ਚ ਵੰਡ ਕੇ ਉੱਤਰ ਪੂਰਬ, ਪੱਛਮ ਅਤੇ ਦੱਖਣ 'ਚ ਵੰਡਿਆ। ਅਤੇ ਇਹਨਾਂ 'ਚ ਉਹਨਾਂ ਨੇ ਜਗਨਨਾਥਪੁਰੀ ਪਹਿਲੀ ਉਦਾਸੀ ਕੀਤੀ। ਉਹਨਾਂ ਨੇ ਸਭ ਤੋਂ ਪਹਿਲਾਂ ਗਏ ਜਗਨਨਾਥਪੁਰੀ, ਉੜੀਸਾ ਦੇ ਵਿੱਚ ਇਹ। ਫਿਰ ਬਨਾਰਸ ਗਏ, ਫਿਰ ਹਰਿਦੁਆਰ ਗਏ, ਫਿਰ ਰਾਮੇਸ਼ਵਰਮ ਗਏ, ਫਿਰ ਸਿਲੋਨ ਜਿਹੜਾ ਸ਼੍ਰੀਲੰਕਾ ਦੇ ਵਿੱਚ ਉੱਥੇ ਗਏ, ਫਿਰ ਗਿਆ ਜੀ, ਫਿਰ ਕੈਲਾਸ਼, ਫਿਰ ਮੱਕਾ ਮਦੀਨਾ, ਫਿਰ ਬਗਦਾਦ ਦੀਆਂ ਉੱਧਰ ਪਹਾੜੀਆਂ, ਉੱਧਰ ਗੁਰੂ ਸਾਹਿਬ ਨੇ ਯਾਤਰਾ ਕੀਤੀ। ਅਤੇ ਫਿਰ ਵਾਪਸ ਆਉਂਦੇ ਹੋਏ ਉਹਨਾਂ ਨੇ ਆਪਣੇ ਸਾਥੀ ਮਰਦਾਨੇ ਦੇ ਸਮੇਤ ਜਿਹੜੀਆਂ ਬਾਬਰ ਦੀਆਂ ਫੌਜਾਂ ਸੀ ਸੈਦਪੁਰ ਦੇ ਨੇੜੇ, ਉਹਨਾਂ ਨੂੰ ਬੰਦੀ ਬਣਾ ਲਿਆ। ਪਰ ਫਿਰ ਬਾਅਦ ਦੇ ਵਿੱਚ ਉਹਨਾਂ ਨੂੰ ਰਿਹਾ ਵੀ ਕਰ ਦਿੱਤਾ ਗਿਆ। ਜਦੋਂ ਉਦਾਸੀਆਂ ਦੇ ਅੰਤ ਦੇ ਵਿੱਚ ਉਹ ਗੁਰੂ ਸਾਹਿਬ ਕਰਤਾਰਪੁਰ, ਲਾਹੌਰ, ਪਾਕਿਸਤਾਨ ਆ ਕੇ ਰਹਿਣ ਲੱਗ ਗਏ। ਗੁਰੂ ਸਾਹਿਬ ਪਾਕਿਸਤਾਨ ਆ ਕੇ ਰਹਿਣ ਲੱਗ ਗਏ। ਆਹ ਤੁਹਾਨੂੰ ਪਹਿਲਾਂ ਦੱਸਿਆ ਗੁਰੂ ਜੀ ਦਾ ਵਿਆਹ 24 ਸਤੰਬਰ ਸੁਲੱਖਣੀ ਦੇਵੀ ਜੀ ਨਾਲ, ਉਹਨਾਂ 2 ਬੇਟੇ ਸ਼੍ਰੀ ਚੰਦ ਅਤੇ ਲక్ష్ਮੀ ਦਾਸ। ਅਤੇ ਉਸ ਤੋਂ ਬਾਅਦ ਕੀ ਹੁੰਦਾ ਹੈ, ਅਤੇ ਉਹਨਾਂ ਨੇ ਵਾਪਸ ਗੁਰੂ ਸਾਹਿਬ ਜਦੋਂ ਆ ਜਾਂਦੇ ਨੇ ਕਰਤਾਰਪੁਰ, ਜਿਹੜਾ ਕਿ ਅੱਜ ਲਾਹੌਰ ਪਾਕਿਸਤਾਨ ਦੇ ਵਿੱਚ ਹੈ, ਅਤੇ ਰਾਵੀ ਦਰਿਆ ਦੇ ਕੰਢੇ 'ਤੇ ਸਥਿਤ ਹੈ ਇਹ ਜਗ੍ਹਾ। ਉਹਨਾਂ ਨੇ ਆਪਣੇ ਜੀਵਨ ਦੇ ਅੰਤ ਸਮਾਂ ਉੱਥੇ ਹੀ ਜ਼ਿਆਦਾ ਟਾਈਮ ਬਿਤਾਇਆ। ਕਰਤਾਰ ਸਾਹਿਬ ਵਿਖੇ ਉਹਨਾਂ ਨੇ ਬਹੁਤ ਸਾਰੇ ਚੇਲੇ ਬਣਾਏ, ਪਰ ਉਹਨਾਂ ਦੇ ਲੰਗਰ ਦੀ ਪ੍ਰਥਾ ਚਾਲੂ ਕੀਤੀ ਵੀ ਬਿਨਾਂ ਕਿਸੇ ਜਾਤ ਤੋਂ, ਭੇਦਭਾਵ ਤੋਂ ਹਰ ਇੱਕ ਬੰਦੇ ਨੂੰ ਇੱਕ ਪੰਗਤ 'ਜੇ ਬਿਠਾ ਕੇ ਭੋਜਨ ਛਕਾਇਆ ਜਾਂਦਾ ਹੈ। ਉੱਥੇ ਗੁਰੂ ਜੀ ਨੇ 974 ਮੰਤਰਾਂ ਦੀ ਜਾਪ ਸਾਹਿਬ, ਇਹ ਕੁਐਸਚਨ ਪੇਪਰ ਵਿੱਚ ਆਇਆ ਹੋਇਆ, ਜਾਪ ਸਾਹਿਬ, ਆਸਾ ਦੀ ਵਾਰ, 12ਵਾਂ ਸਿੱਧ ਗੋਸ਼ਟ, ਇਹ ਕਿਹਨਾਂ ਦੀ ਰਚਨਾ ਹੈ? ਪਹਿਲੇ ਗੁਰੂ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਰਚਨਾ ਹੈ। ਇਹਨਾਂ ਨੇ ਮੰਤਰ ਕਿੰਨੇ ਲਿਖੇ? 974 ਮੰਤਰ। ਜਾਪ ਜੀ ਸਾਹਿਬ, ਆਸਾ ਦੀ ਵਾਰ, 12ਵਾਂ ਸਿੱਧ ਗੋਸ਼ਟ, ਓਂਕਾਰ ਦੀ ਰਚਨਾ ਕੀਤੀ। ਉਹਨਾਂ ਦੀਆਂ ਇਹ ਰਚਨਾਵਾਂ ਨੇ ਜਿਹੜੀਆਂ ਇਹ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹਨ। ਅਤੇ ਉਸ ਤੋਂ ਬਾਅਦ ਗੱਲ ਕਰ ਲਈਏ, ਉਹਨਾਂ ਨੇ ਆਪਣੇ ਪੁੱਤਰਾਂ ਨੂੰ ਨਹੀਂ ਚੁਣਿਆ ਆਪਣੀ ਗੱਦੀ ਦਾ ਵਾਰਿਸ, ਅਤੇ ਉਹਨਾਂ ਨੇ ਆਪਣੇ ਚੇਲੇ ਭਾਈ ਲਹਿਣਾ ਜੀ ਨੂੰ ਚੁਣਿਆ, ਜੋ ਕਿ 63 ਜਾਤੀ ਨਾਲ ਸੰਬੰਧ ਰੱਖਦੇ ਸੀ। ਉਹਨਾਂ ਨੇ ਆਪਣੇ
ਲਈ ਉਹਨਾਂ ਨੇ ਕੀ ਸ਼ਰਤ ਸੀ, ਉਹਨਾਂ ਨੇ ਜਦੋਂ ਉੱਤਰਾਧਿਕਾਰੀ ਚੁਣੇ ਸੀ ਤੇ ਗੁਰੂ ਸਾਹਿਬ ਨੇ ਉਹਨਾਂ ਤੋਂ 5 ਤਾਂਬੇ ਦੇ ਸਿੱਕੇ, ਨਾਰੀਅਲ ਦਾ ਮੱਥਾ ਟੇਕ ਕੇ ਉਹਨਾਂ ਨੂੰ ਗੁਰੂ ਮੰਨਿਆ ਸੀ। ਜਦੋਂ ਉਹਨਾਂ ਨੇ ਭਾਈ ਲਹਿਣਾ ਜੀ ਨੇ ਗੁਰੂ ਸਾਹਿਬ ਨੂੰ ਆਪਣਾ ਗੁਰੂ ਬਣਾਇਆ, ਗੁਰੂ ਜੀ ਨੇ ਗੱਦੀ ਭਾਈ ਲਹਿਣਾ ਨੂੰ ਸੌਂਪ ਦਿੱਤੀ। ਗੁਰੂ ਸਾਹਿਬ ਨੇ ਲਹਿਣਾ ਨੂੰ ਆਪਣਾ ਨਵਾਂ ਨਾਂ ਅੰਗਦ ਬਖਸ਼ਿਆ ਅਤੇ ਉਸ ਤੋਂ ਬਾਅਦ ਭਾਈ ਲਹਿਣਾ ਜੀ ਦਾ ਨਾਮ ਹੋ ਗਿਆ ਗੁਰੂ ਅੰਗਦ ਦੇਵ ਜੀ। ਅੰਗਦ ਦਾ ਮਤਲਬ ਹੈ ਆਪਣਾ ਅੰਗ ਜਾਂ ਭਾਗ। ਇਸ ਤਰ੍ਹਾਂ ਗੁਰੂ ਅੰਗਦ ਦੇਵ ਜੀ ਸਿੱਖਾਂ ਦੇ ਦੂਜੇ ਗੁਰੂ ਬਣੇ। 7 ਸਤੰਬਰ 1539 ਨੂੰ ਅੰਮ੍ਰਿਤ ਵੇਲੇ ਗੁਰੂ ਜੀ ਨੇ ਆਪਣਾ ਦੁਨਿਆਵੀ ਸਰੀਰ ਤਿਆਗ ਦਿੱਤਾ। ਗੁਰੂ ਜੀ ਨੇ ਅੱਜ ਧਰਮ ਦਾ ਰਾਜਾ, ਹਿੰਦੂਆਂ ਦੇ ਗੁਰੂ, ਮੁਸਲਮਾਨਾਂ ਦੇ ਪੀਰਾਂ ਵਜੋਂ ਗੁਰੂ ਸਾਹਿਬ ਨੂੰ ਅੱਜ ਵੀ ਯਾਦ ਕੀਤਾ ਜਾਂਦਾ ਹੈ। ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਉਹ ਤੁਹਾਨੂੰ ਮੇਨ ਦੱਸਾਂਗੇ ਅਤੇ ਉਹਨਾਂ ਦੇ ਪੇਪਰ ਦੇ ਪੁਆਇੰਟ ਆਫ ਵਿਊ ਨਾਲ ਅਸੀਂ ਜ਼ਿਆਦਾ ਕਰਾ ਰਹੇ ਹਾਂ, ਬਹੁਤ ਜ਼ਿਆਦਾ ਡਿਟੇਲ ਵਿੱਚ ਤੁਹਾਨੂੰ ਨਹੀਂ ਕਰਵਾ ਰਿਹਾ। ਜੋ ਪੇਪਰ ਦੇ ਵਿੱਚ ਆਉਣਾ ਮੇਨ ਤੁਹਾਨੂੰ ਉਹ ਕਰਵਾ ਰਿਹਾ, ਨਹੀਂ ਤਾਂ ਲੈਕਚਰ ਕਾਫੀ ਲੰਬਾ ਚਲਾ ਜਾਣਾ ਜੇ ਅਗਰ ਮੈਂ ਪੂਰੀ ਡਿਟੇਲ ਦੇ ਵਿੱਚ ਤੁਹਾਨੂੰ ਕਰਵਾਉਣ ਲੱਗਿਆ। ਅਤੇ ਉਹਨਾਂ ਦੇ ਵਿੱਚੋਂ ਅਸੀਂ ਮੇਨ ਤੁਹਾਨੂੰ ਕਰਵਾ ਰਹੇ ਹਾਂ ਗੁਰੂ ਨਾਨਕ ਦੀ ਸਿੱਖਿਆਵਾਂ। ਇੱਕ, ਰੱਬ ਵਿੱਚ ਵਿਸ਼ਵਾਸ। ਦੂਸਰਾ, ਹੁਕਮ, ਇਹ ਜੀਵਨ ਦਾ ਮੂਲ ਸਿਧਾਂਤ ਹੈ। ਅਤੇ ਉਸ ਤੋਂ ਅੱਗੇ ਹਉਮੈ। ਅਤੇ ਚੌਥਾ ਹੈ ਨਾਮ ਜਪਣਾ। ਅੱਗੇ ਹੈ ਗੁਰੂ ਸਾਧਨਾ। ਪੰਜਵਾਂ, ਛੇਵਾਂ ਨਦਰ। ਸੱਤਵਾਂ ਸੇਵਾ। ਅੱਠਵਾਂ ਭੇਦ ਭਾਵ ਰਹਿਤ ਸਮਾਜ। ਅਤੇ ਉਸ ਤੋਂ ਬਾਅਦ ਅਸੀਂ ਗੱਲ ਕਰਦੇ ਹਾਂ ਗੁਰੂ ਅੰਗਦ ਦੇਵ ਜੀ ਦੀ, ਦੂਸਰੇ ਗੁਰੂ ਸਾਹਿਬ ਜੀ ਦੀ, ਜਿਨ੍ਹਾਂ ਦਾ ਟਾਈਮ ਪੀਰੀਅਡ ਹੈ 1504 ਤੋਂ 1552 ਈਸਵੀ। ਅਤੇ ਇੱਕ ਆਹ ਬੜੀ ਮਹੱਤਵਪੂਰਨ ਗੱਲ ਹੈ, ਤੁਹਾਨੂੰ ਇਹ ਪੇਪਰ ਵਿੱਚ ਆ ਸਕਦਾ ਕੁਐਸਚਨ, ਜਿਵੇਂ ਭਾਰਤ ਦੇ ਵਿੱਚ ਇਹਨਾਂ ਨੂੰ ਕਿਸ ਨਾਮ ਨਾਲ ਜਾਣਿਆ ਜਾਂਦਾ ਹੈ। ਵੱਖ ਦੇਸ਼ਾਂ, ਭਾਰਤ ਵਿੱਚ ਗੁਰੂ ਨਾਨਕ ਦੇਵ ਜੀ, ਅਤੇ ਸ਼੍ਰੀਲੰਕਾ ਵਿੱਚ ਨਾਨਕਾਚਾਰੀਆ, ਤਿੱਬਤ ਦੇ ਵਿੱਚ ਨਾਨਕ ਲਾਮਾ, ਸਿੱਕਮ ਦੇ ਵਿੱਚ ਗੁਰੂ ਰਿੰਪੋਚੀਆ, ਰਸ਼ੀਆ ਦੇ ਵਿੱਚ ਗੁਰੂ ਜੀ ਨੂੰ ਨਾਨਕ ਕਦਮਦਰ ਦੇ ਨਾਮ ਨਾਲ ਪੁਕਾਰਿਆ ਜਾਂਦਾ ਹੈ, ਇਰਾਕ ਦੇ ਵਿੱਚ ਬਾਬਾ ਨਾਨਕ, ਨੇਪਾਲ ਦੇ ਵਿੱਚ ਨਾਨਕ ਰਿਸ਼ੀ, ਬਗਦਾਦ ਦੇ ਵਿੱਚ ਨਾਨਕ ਪੀਰ। ਅਤੇ ਉਸ ਤੋਂ ਬਾਅਦ ਮਿਸਰ ਸ਼ਹਿਰ ਆ, ਕਾਫੀ ਮਸ਼ਹੂਰ ਹੈ, ਨਾਨਕ ਵਲੀ। ਚੀਨ ਦੇ ਵਿੱਚ ਬਾਬਾ ਫੂਸਾ, ਮੱਕਾ ਦੇ ਵਿੱਚ ਬਲੀ ਰਿੰਦ। ਇੱਥੇ ਮੱਕਾ ਦੇ ਵਿੱਚ ਬਲੀ ਰਿੰਦ ਕਿਹਾ ਜਾਂਦਾ। ਉੱਥੇ ਇੱਕ ਬਹੁਤ ਮਹੱਤਵਪੂਰਨ ਜਗ੍ਹਾ ਬਲੀ ਕੰਧਾਰੀ, ਤੁਸੀਂ ਸੁਣਿਆ ਉਹ, ਜਿੱਥੇ ਪੰਜਾ ਸਾਹਿਬ ਗੁਰਦੁਆਰਾ ਹੱਥ ਲਾ ਕੇ ਗੁਰੂ ਸਾਹਿਬ ਨੇ ਰੋਕਿਆ ਸੀ। ਉਹ ਕਾਫੀ ਇੰਟਰਸਟਿੰਗ ਸਟੋਰੀ ਆ। ਅਤੇ ਉਸ ਤੋਂ ਬਾਅਦ ਚੀਨ ਦੇ ਵਿੱਚ ਬਾਬਾ ਫੂਸਾ 'ਤੇ ਹੁਣ ਅਸੀਂ ਗੱਲ ਕਰ ਰਹੇ ਸੀ। ਅਤੇ ਹਾਂ, ਇੱਕ ਹੋਰ ਗੱਲ, ਅਤੇ ਗੁਰੂ ਨਾਨਕ ਦੇਵ ਜੀ ਨੇ ਆਪਣੀਆਂ 4 ਉਦਾਸੀਆਂ ਦੇ ਦੌਰਾਨ ਕਹਿੰਦੇ 1 ਲੱਖ ਕਿਲੋਮੀਟਰ ਤੋਂ ਵੀ ਵੱਧ ਦਾ ਸਫ਼ਰ ਪੈਦਲ ਹੀ ਤੈਅ ਕੀਤਾ ਸੀ ਜਦੋਂ ਉਦਾਸੀਆਂ ਕਰਨ ਗਏ ਸੀ ਗੁਰੂ ਜੀ ਨੇ। ਅਤੇ ਉਸ ਤੋਂ ਅੱਗੇ ਅਸੀਂ ਗੱਲ ਕਰ ਰਹੀ ਹੈ ਇਹਨਾਂ ਦੀ ਜਨਮ ਸਾਖੀਆਂ। ਸਭ ਤੋਂ ਪੁਰਾਤਨ ਜਨਮ ਸਾਖੀ ਹੈ ਗੁਰੂ ਨਾਨਕ ਦੇਵ ਜੀ ਦੀ। ਇੱਕ ਕਹਿੰਦੇ ਭਾਈ ਬਾਲੇ ਵਾਲੀ ਜਨਮ ਸਾਖੀ ਆ, ਇੱਕ ਬਲੈਤ ਵਾਲੀ ਜਨਮ ਸਾਖੀ ਆ। ਭਾਈ ਬਾਲੇ ਵਾਲੀ ਜਨਮ ਸਾਖੀ, ਇੱਕ ਪੁਰਾਤਨ ਜਨਮ ਸਾਖੀ ਹੈ। ਇਹ ਕਈ ਸਾਖੀਆਂ ਦਾ ਵਰਣਨ ਸਾਨੂੰ ਮਿਲਦਾ ਹੈ। ਅਤੇ ਉਸ ਤੋਂ ਬਾਅਦ ਅਸੀਂ ਗੱਲ ਕਰ ਰਹੇ ਸੀ ਦੂਸਰੇ ਗੁਰੂ ਸ਼੍ਰੀ ਗੁਰੂ ਅੰਗਦ ਦੇਵ ਜੀ ਦੀ। ਇਹਨਾਂ ਦਾ ਟਾਈਮ ਪੀਰੀਅਡ ਹੈਗਾ ਗਾ 1504 ਤੋਂ 1552। ਇਹਨਾਂ ਦਾ ਪ੍ਰਕਾਸ਼ ਅਗਰ ਸ਼ੁਰੂ ਤੋਂ ਮੰਨੀਏ ਤਾਂ ਸਮਾਂ ਹੈ 18 ਅਪ੍ਰੈਲ 1504। ਜਸਥਾਨ, ਪ੍ਰਕਾਸ਼ ਸਥਾਨ ਜਿੱਥੇ ਜਨਮ ਹੋਇਆ, ਮੱਤੇ ਦੀ ਸਰਾਈ। ਅਤੇ ਪਿਤਾ ਜੀ ਦਾ ਨਾਮ ਬਾਬਾ ਫੇਰੂ ਮੱਲ ਜੀ, ਅਤੇ ਮਾਤਾ ਦਾ ਨਾਮ ਦਇਆ ਕੌਰ ਜੀ। ਅਤੇ ਮਹਿਲ ਮਤਲਬ ਵਾਈਫ ਮਾਤਾ ਖੀਵੀ ਜੀ। ਸੰਤਾਨ ਸੀ ਇਹਨਾਂ ਦੇ ਦਾਤੂ ਅਤੇ ਦਾਸੂ, 2 ਪੁੱਤਰ ਸੀ, ਦਾਤੂ ਅਤੇ ਦਾਸੂ। ਅਤੇ ਅੱਗੇ ਜਿਹੜੇ ਗੁਰੂ ਆਉਣਗੇ ਉਹਨਾਂ ਦੇ ਬੇਟੇ ਸੀ ਮੋਹਨ ਅਤੇ ਮੋਹਰੀ। ਅਤੇ ਇਹਨਾਂ ਦੇ ਨੇ ਦਾਤੂ ਅਤੇ ਦਾਸੂ ਸੀ। ਇਹਨਾਂ ਦੇ ਬੇਟੀ ਦਾ ਨਾਮ ਸੀ ਬੀਬੀ ਅਮਰੋ ਜੀ ਅਤੇ ਬੀਬੀ ਅਨੋਖੀ ਜੀ। ਅਤੇ ਗੁਰਿਆਈ, ਗੁਰਗੱਦੀ ਮਤਲਬ ਜਦੋਂ ਮਿਲੀ, ਗੁਰਿਆਈ ਲਿਖਿਆ ਹੋਇਆ ਨਾ। 18 ਸਤੰਬਰ 1539 ਨੂੰ, ਕਿਉਂਕਿ ਉਸ ਟਾਈਮ ਪਹਿਲੇ ਗੁਰੂ ਜੋਤੀ ਜੋਤ ਸਮਾ ਚੁੱਕੇ ਸਨ, ਇਹਨਾਂ ਨੂੰ ਗੋਹ ਚੁਣ ਲਿਆ ਸੀ ਗੁਰੂ। ਇਹਨਾਂ ਨੇ ਉਹਨਾਂ ਨੂੰ ਆਪਾਂ ਨੂੰ ਗੁਰੂ ਮੰਨ ਕੇ, ਮਤਲਬ ਇਹ ਦੂਸਰੇ ਗੁਰੂ ਬਣੇ ਅਤੇ ਇਹ ਉਹਨਾਂ ਦੇ ਚੇਲੇ ਸੀਗੇ ਪਹਿਲੇ ਗੁਰੂ ਸਾਹਿਬ ਦੇ। ਮਤਲਬ ਜੋਤੀ ਜੋਤ ਇਹ ਸਮਾਏ 16 ਅਪ੍ਰੈਲ 1552 ਨੂੰ 16 ਅਪ੍ਰੈਲ। ਗੁਰਿਆਈ ਦਾ ਸਮਾਂ ਇਹਨਾਂ ਦਾ ਸੀ 12/6/28। ਇਹਨਾਂ ਦਾ ਟਾਈਮ ਸੀ। ਗੁਰੂ ਅੰਗਦ ਦੇਵ ਜੀ, ਆਹ ਦੇਖੋ ਇਹਦੇ ਵਿੱਚ ਵੀ ਬਹੁਤ ਚੰਗੀ ਤਰ੍ਹਾਂ ਦੱਸਿਆ ਗਿਆ ਹੈ। ਇਹਦੇ ਵਿੱਚ ਦੱਸਿਆ ਗਿਆ, ਦੇਖੋ ਨਾਮ, ਬਰਥ, ਫਾਦਰ ਨੇਮ ਫੇਰੂ ਮੱਲ, ਮਦਰ ਮਾਤਾ ਰਾਮ ਕੌਰ, ਵਾਈਫ ਮਾਤਾ ਖੀਵੀ ਜੀ, ਸਨ ਦਾਤੂ ਅਤੇ ਦਾਸੂ, ਤੁਹਾਨੂੰ ਪਹਿਲਾਂ ਦੱਸ ਚੁੱਕਿਆ। ਡਾਟਰ ਬੀਬੀ ਅਮਰੋ ਅਤੇ ਬੀਬੀ ਅਨੋਖੀ ਜੀ। ਨੈਕਸਟ ਗੁਰੂ ਕਿਹੜੇ ਲਿਖਿਆ, ਨੋਮੀਨੇਟ ਗੁਰੂ ਅਮਰਦਾਸ ਜੀ ਹੋਏ। ਡੈਥ ਇਹਨਾਂ ਦਾ ਹੋਇਆ, ਡੈਥ ਕਿਹੜੀ ਜਗ੍ਹਾ ਹੋਈ। ਇਹ ਕੁਐਸਚਨ ਕਾਫੀ ਵਾਰ ਆ ਚੁੱਕਿਆ। ਆਹ ਕੁਐਸਚਨ ਵੀ ਪੁੱਛਿਆ ਪੇਪਰ ਦੇ ਵਿੱਚ, ਰਿਪੀਟ ਹੋਇਆ। 1552 AD ਖੰਡੂਰ ਸਾਹਿਬ ਡੈਥ ਹੋਈ ਸੀ। ਅਤੇ ਜਿਹੜੀ ਸਿਟੀ ਦੇ ਵਿੱਚ ਗੁਰੂ ਸਾਹਿਬ, ਮਤਲਬ ਖੰਡੂਰ ਸਾਹਿਬ ਇਹਨਾਂ ਦੀ ਡੈਥ ਹੋਈ, ਤਾਂ ਇਹਨਾਂ ਨੇ ਵਸਾਈ ਵੀ ਉਹੀ ਸਿਟੀ ਸੀ। ਚਲੋ ਹੁਣ ਅਸੀਂ ਗੱਲ ਕਰਦੇ ਹਾਂ ਇਹਨਾਂ ਦੇ ਸਮੇਂ ਦੀ। ਇਹ ਕਰਤਾਰਪੁਰ ਸਾਹਿਬ ਗੁਰੂ ਜੀ ਨੂੰ ਮਿਲੇ, ਅਤੇ ਜਦੋਂ ਇਹ ਗੁਰੂ ਨਾਨਕ ਦੇਵ ਜੀ ਨੂੰ ਮਿਲੇ ਨਾ, ਗੁਰੂ ਅੰਗਦ ਦੇਵ ਜੀ,
ਤਾਂ ਇਹਨਾਂ ਦੀ ਉਮਰ 20 ਸਾਲ ਦਾ ਮਤਲਬ 20 ਸਾਲ ਦੀ ਸੀ, 20-21 ਮਤਲਬ ਇੰਨਾ ਟਾਈਮ ਪੀਰੀਅਡ ਸੀ, 20 ਸਾਲ ਦੀ ਸੀ। ਅਤੇ ਉਦੋਂ ਇਹਨਾਂ ਨੇ ਆਪ ਗੁਰੂ ਜੀ ਦੇ ਚੇਲੇ ਬਣੇ, ਮਤਲਬ ਗੁਰੂ ਨਾਨਕ ਦੇਵ ਜੀ ਦੇ ਚੇਲੇ ਬਣੇ। ਇਹਨਾਂ ਦੀ ਸੀ 20 ਸਾਲ। ਉਸ ਤੋਂ ਪਹਿਲਾਂ ਇਹ ਮਾਤਾ ਦੁਰਗਾ ਜੀ ਦੇ ਭਗਤ ਸੀ। ਸ਼੍ਰੀ ਗੁਰੂ ਨਾਨਕ ਦੇਵ ਜੀ ਮਿਲਣ ਮਗਰੋਂ ਆਪ ਜੀ ਨੇ ਆਪਣੇ ਜੀਵਨ ਨੂੰ ਬਹੁਤ ਸਮਾਂ ਕਰਤਾਰਪੁਰ ਹੀ ਬਿਠਾਇਆ। ਇਹਨਾਂ ਨੇ ਜ਼ਿਆਦਾ ਟਾਈਮ ਕਰਤਾਰਪੁਰ ਸਾਹਿਬ ਰੱਖੇ। ਜਦੋਂ ਗੁਰੂ ਸਾਹਿਬ ਨਾਲ ਮਿਲੀ, ਪਹਿਲਾ ਮਿਲਣ ਹੋਇਆ ਇਹਨਾਂ ਦਾ, ਅਤੇ ਆਪਣੇ ਪੁੱਤਰਾਂ ਨੂੰ ਛੱਡ ਕੇ ਇਹ ਗੁਰੂ ਨਾਨਕ ਦੇਵ ਜੀ ਨੇ ਆਪਣੇ ਆਪ ਨੂੰ ਆਪਣਾ ਉੱਤਰਾਧਿਕਾਰੀ ਚੁਣਿਆ ਅਤੇ 1539 'ਚ ਉਹਨਾਂ ਨੇ ਅੰਗਦ ਦਾ ਨਾਮ ਦਿੱਤਾ। ਇਹ ਤੁਹਾਨੂੰ ਮੈਂ ਪਹਿਲਾਂ ਵੀ ਦੱਸ ਚੁੱਕਿਆ ਹਾਂ। 1539 ਤੋਂ 1552 ਅਤੇ 13 ਸਾਲ ਗੁਰੂ ਰਹੇ ਇਹ। ਉਹਨਾਂ ਨੇ ਪ੍ਰਥਮ ਗੁਰੂ ਨਾਨਕ ਦੇਵ ਜੀ ਵੱਲੋਂ ਆਰੰਭ ਕਾਰਜ ਜਾਰੀ ਰੱਖੇ। ਜਿਹੜੇ ਪਹਿਲੇ ਗੁਰੂ ਜੀ ਨੇ ਉਹਨਾਂ ਨੇ ਕੰਮ ਸ਼ੁਰੂ ਕੀਤੇ ਸੀ, ਉਹਨਾਂ ਨੇ ਇਹ ਕੰਮ ਬਿਲਕੁਲ ਜਾਰੀ ਰੱਖੇ। ਕਰਤਾਰਪੁਰ ਗੁਰੂ ਨਾਨਕ ਦੇਵ ਜੀ ਦੇ ਵਾਰਸਾਂ ਹਵਾਲੇ ਨਾ ਕਰ ਦਿੱਤਾ ਜਾਹੀ ਸੋਚ ਇੱਕ ਹੋਰ ਨਗਰ ਵਸਾਇਆ, ਜਿਸ ਨੂੰ ਖਡੂਰ ਸਾਹਿਬ ਕਿਹਾ ਜਾਂਦਾ, ਜੋ ਕਿ ਤਰਨ ਤਾਰਨ ਜ਼ਿਲ੍ਹਾ ਵਿਖੇ ਹੈ। ਖਡੂਰ ਸਾਹਿਬ ਤਰਨ ਤਾਰਨ ਦੇ ਲਾਗੇ ਜਗ੍ਹਾ। ਆਪਣੇ ਗੁਰੂ ਦੇ ਵਾਂਗੂ ਉਹਨਾਂ ਨੇ ਵੀ ਲੋਕਾਂ ਨੂੰ ਨਿਸ਼ਕਾਮ ਸੇਵਾ ਅਤੇ ਭਗਤੀ ਦਾ ਪਾਠ ਪੜ੍ਹਾਇਆ। ਗੁਰੂ ਜੀ ਨੇ ਗੁਰਮੁਖੀ ਲਿਪੀ ਦੀ ਕਾਢ ਕੱਢੀ। ਹੁਣ ਇੱਥੇ ਕੁਐਸਚਨ ਕਾਫੀ ਇੰਪੋਰਟੈਂਟ ਆ ਵੀ ਕਿਹੜੇ ਗੁਰੂ ਸਾਹਿਬ ਨੇ ਗੁਰਮੁਖੀ ਲਿਪੀ ਦੀ ਕਾਢ ਕੱਢੀ। ਇਹ ਸੀਗੇ ਸਿੱਖਾਂ ਦੇ ਦੂਜੇ ਗੁਰੂ ਸ਼੍ਰੀ ਗੁਰੂ ਅੰਗਦ ਦੇਵ ਜੀ, ਜਿਨ੍ਹਾਂ ਨੇ ਗੁਰਮੁਖੀ ਲਿਪੀ ਦੀ ਕਾਢ ਕੱਢੀ। ਅਤੇ ਉਹਨਾਂ ਨੇ ਗੁਰੂ ਨਾਨਕ ਦੇਵ ਜੀ ਤੋਂ ਸ਼ੁਰੂ ਕੀਤੀ ਜਿਹੜੀ 35 ਅੱਖਰੀ ਪੱਟੀ ਨੂੰ ਨਵਾਂ ਰੂਪ ਦੇ ਕੇ ਸ਼ੁੱਧ ਅਤੇ ਵਿਸਤ੍ਰਿਤ ਲਿਖਿਆ। ਇਹੀ ਕਾਰਜ ਕੀਤੇ ਜਿਹੜੇ ਇਹਨਾਂ ਨੇ ਸਿੱਖੀ ਦੇ ਪਵਿੱਤਰ ਰਚਨਾਵਾਂ ਦਾ ਮੇਨ ਜਗ੍ਹਾ ਇਹਨਾਂ ਨੇ ਧੁਰਾ ਬਣਾਇਆ। ਉਹਨਾਂ ਨੇ ਸਿੱਖਾਂ ਨੂੰ ਇੱਕ ਵੱਖਰੀ ਲਿਖਤੀ ਭਾਸ਼ਾ ਬਖਸ਼ੀ, ਜੋ ਕਿ ਹਿੰਦੂਆਂ ਅਤੇ ਮੁਸਲਮਾਨਾਂ ਵੱਲੋਂ ਵਰਤੀ ਗਈ ਭਾਸ਼ਾ ਤੋਂ ਥੋੜ੍ਹੀ ਵੱਖਰੀ ਸੀ। ਇਸ ਤਰ੍ਹਾਂ ਇਸ ਕਰਕੇ ਇਹਨਾਂ ਨੂੰ ਵੱਖਰੀ ਭਾਸ਼ਾ ਦਾ ਦਰਜਾ ਵੀ ਪ੍ਰਾਪਤ ਹੋਇਆ। ਇਹ ਗੁਰੂ ਸਾਹਿਬ ਮੱਲ ਅਖਾੜਾ ਦੀ ਪਰੰਪਰਾ ਸ਼ੁਰੂ ਕੀਤੀ। ਇਹਨਾਂ ਨੇ ਭਾਈ ਬਾਲਾ ਜੀ ਕੋਲੋਂ ਗੁਰੂ ਨਾਨਕ ਦੇਵ ਜੀ ਦੇ ਉਦਾਸੀਆਂ ਵੇਲੇ ਜੋ ਵੀ ਹੋਏ ਪ੍ਰਥਮ ਟਾਈਮ ਦੇ ਸਾਰੀ ਜਗ੍ਹਾ ਮਤਲਬ ਜੋ ਵੀ ਸੀਗੇ ਤੱਥ ਇਕੱਠੇ ਕੀਤੇ, ਮਤਲਬ ਸਟਰਕਚਰ ਸਾਰਾ ਪਿਛਲਾ ਇਕੱਠਾ ਕੀਤਾ, ਜੋ ਵੀ ਉਹਨਾਂ ਨੇ ਮਤਲਬ ਯਾਤਰਾਵਾਂ ਕੀਤੀਆਂ, ਕੁਛ ਲਿਖਿਆ। 974 ਤੁਹਾਨੂੰ ਦੱਸਿਆ ਮਤਲਬ ਗੁਰੂ ਜੀ ਨੇ ਲਿਖਿਆ। ਦੱਖਣੀ ਓਂਕਾਰ, ਰਹਿ ਰਾਸ, ਸ਼ਬਦ ਗੋਸ਼ਟ, ਇਹ ਚੀਜ਼ਾਂ ਰਚਨਾਵਾਂ ਲਿਖੀਆਂ। ਉਹਨਾਂ ਚੀਜ਼ਾਂ ਨੂੰ ਇਕੱਠਾ ਕੀਤਾ ਅਤੇ ਪਹਿਲੀ ਜਨਮ ਸਾਖੀ ਲਿਖੀ ਅਤੇ ਜਿਸ ਨੂੰ ਭਾਈ ਬਾਲੇ ਵਾਲੀ ਜਨਮ ਸਾਖੀ ਵੀ ਆਖਦੇ ਹਨ। ਮੈਂ ਤੁਹਾਨੂੰ ਪਹਿਲਾਂ ਵੀ ਕਿਹਾ, ਇੱਕ ਭਾਈ ਬਾਲੇ ਵਾਲੀ, ਪੁਰਾਤਨ ਜਨਮ ਸਾਖੀ ਅਤੇ ਬਹਿਲਾਇਤ ਵਾਲੀ ਜਨਮ ਸਾਖੀ, ਕਈ ਜਨਮ ਸਾਖੀਆਂ ਦਾ ਵਰਣਨ ਸਾਨੂੰ ਮਿਲਦਾ ਹੈ। ਗੁਰੂ ਸਾਹਿਬ ਵੱਲੋਂ ਜਿਹੜੀ ਚਲਾਈ ਗਈ ਲੰਗਰ ਪ੍ਰਥਾ ਨੂੰ ਇਹਨਾਂ ਨੇ ਜਾਰੀ ਰੱਖਿਆ। ਮੁਗਲ ਬਾਦਸ਼ਾਹ ਜਿਹੜਾ ਹਮਾਯੂ ਹੈ 1540 ਦੇ ਵਿੱਚ ਆਇਆ ਸੀ, ਸ਼ੇਰਸ਼ਾਹ ਸੂਰੀ ਤੋਂ ਹਾਰਨ ਤੋਂ ਮਗਰੋਂ। ਇਹ ਗੁਰੂ ਸਾਹਿਬ ਦਰਸ਼ਨਾਂ ਲਈ ਆਇਆ। ਮੁੜ ਸਿੰਘਾਸਣ ਵੀ ਮੈਂ ਜਵਾਰੇ ਜਿੱਤ ਜਾਣਾ, ਫਿਰ ਇਹ ਆਸ਼ੀਰਵਾਦ ਲੈਣ ਲਈ ਗੁਰੂ ਜੀ ਕੋਲ ਆਇਆ ਸੀ। ਗੁਰੂ ਅੰਗਦ ਦੇਵ ਜੀ ਦੇ 2 ਸਪੁੱਤਰ ਸੀ। ਉਹਨਾਂ ਵਿੱਚੋਂ ਉਹਨਾਂ ਨੇ ਆਪਣੇ 73 ਸਾਲ ਦੇ ਸ਼ਿਸ਼ ਤੀਸਰੇ ਗੁਰੂ ਕਿਹੜੇ ਸੀਗੇ? ਗੁਰੂ ਅਮਰਦਾਸ ਜੀ ਨੂੰ ਚੁਣਿਆ। ਉਹ ਗੋਤ ਦੇ ਖੱਤਰੀ ਸਨ। ਤੀਜੇ ਗੁਰੂ ਦੇ ਰੂਪ ਵਿੱਚ ਉਹਨਾਂ ਨੂੰ ਧਾਰਨ ਕੀਤਾ। ਅਤੇ ਉਸ ਤੋਂ ਬਾਅਦ ਆਪਾਂ ਗੱਲ ਕਰਾਂਗੇ ਤੀਸਰੇ ਗੁਰੂ ਸ਼੍ਰੀ ਗੁਰੂ ਅਮਰਦਾਸ ਜੀ ਦੀ। ਤੀਸਰੇ ਗੁਰੂ ਅਮਰਦਾਸ ਜੀ ਦੀ ਗੱਲ ਕਰਾਂਗੇ। ਗੁਰੂ ਅਮਰਦਾਸ ਜੀ, ਇਹਨਾਂ ਦਾ ਜਨਮ ਟਾਈਮ ਹੈਗਾ 23 ਮਈ 1469। ਪ੍ਰਕਾਸ਼ ਸਥਾਨ ਇਹਨਾਂ ਦਾ ਜਗ੍ਹਾ ਕਿਹੜੀ ਜਗ੍ਹਾ ਹੋਈ? ਬਾਸਰਕੇ। ਪਿਤਾ ਦਾ ਨਾਮ ਬਾਬਾ ਤੇਜਭਾਨ ਜੀ, ਮਾਤਾ ਦਾ ਨਾਮ ਲక్ష్ਮੀ ਜੀ ਅਤੇ ਵਾਈਫ ਮਾਤਾ ਰਾਮ ਕੌਰ ਜੀ। ਸੰਤਾਨ ਹੋਏ, ਪੁੱਤਰ ਹੋਏ ਇਹਨਾਂ ਦੇ ਮੋਹਨ ਅਤੇ ਮੋਹਰੀ ਜੀ, ਅਤੇ ਬੇਟੀ ਬੀਬੀ ਭਾਨੀ ਜੀ, ਬੀਬੀ ਦਾਨੀ ਜੀ। ਗੁਰਿਆਈ 16 ਅਪ੍ਰੈਲ ਮਤਲਬ ਜਦੋਂ ਇਹਨਾਂ ਨੂੰ ਗੁਰਗੱਦੀ ਦਿੱਤੀ 16 ਅਪ੍ਰੈਲ 1552। ਜੋਤੀ ਜੋਤ ਸਮਾਏ ਇਹ 1574 ਦੇ ਵਿੱਚ। ਗੁਰਿਆਈ ਸਮਾਂ ਸੀ ਇਹਨਾਂ ਦਾ 22/5। ਅਤੇ ਉਸ ਤੋਂ ਬਾਅਦ ਅੱਗੇ ਗੱਲ ਕਰ ਲਈਏ, ਗੁਰੂ ਜੀ ਦੀ ਦਿਖਾਈ ਗਈ ਹੈ ਤਸਵੀਰ। ਗੁਰੂ ਅਮਰਦਾਸ ਜੀ ਇੰਗਲਿਸ਼ ਵਿੱਚ ਲਿਖਿਆ ਗਿਆ ਹੈ। ਸਟੂਡੈਂਟ ਕਈ ਨਹੀਂ ਪੰਜਾਬੀ ਜਾਣਦੇ ਤਾਂ ਉਹ ਇੰਗਲਿਸ਼ ਵਿੱਚ ਦੇਖ ਸਕਦੇ ਹਨ। ਮਾਤਾ ਲక్ష్ਮੀ ਜੀ, ਸਿਮਲਿੰਗ ਮਾਤਾ ਮਾਨਸਾ ਦੇਵੀ ਜੀ। ਅਤੇ ਉਸ ਤੋਂ ਬਾਅਦ ਅਸੀਂ ਗੱਲ ਕਰਾਂਗੇ ਗੁਰੂ ਜੀ ਦੁਆਰਾ ਕੀਤੇ ਗਏ ਕੰਮ। ਅਤੇ ਮੈਂ ਤੁਹਾਨੂੰ ਪਹਿਲਾਂ ਹੀ ਦੱਸ ਚੁੱਕਿਆ, ਇਹਨਾਂ ਦਾ ਜਨਮ 5 ਮਈ 1469 ਈਸਵੀ ਨੂੰ ਹੋਇਆ ਸੀਗਾ। ਅਤੇ ਇੱਕ ਭੱਲਾ ਖੱਤਰੀ ਪਰਿਵਾਰ ਨਾਲ ਇਹ ਬਾਸਰਕੇ ਵਿਖੇ, ਜ਼ਿਲ੍ਹਾ ਅੰਮ੍ਰਿਤਸਰ। ਅਤੇ ਇਹਨਾਂ ਦੇ ਪਿਤਾ ਦਾ ਨਾਮ ਤੇਜਭਾਨ, ਮਾਤਾ ਦਾ ਨਾਮ ਬਖਤ ਕੌਰ, ਅਤੇ ਉਹਨਾਂ ਦਾ ਵਿਆਹ ਦੇਵੀ ਚੰਦ ਦੀ ਸਪੁੱਤਰੀ ਮਨਸਾ ਦੇਵੀ ਨਾਲ ਹੋਇਆ। ਜਿਹੜੇ ਗੁਰੂ ਅਮਰਦਾਸ ਜੀ ਵੈਸ਼ਨਵੀ ਸਨ ਅਤੇ ਉਹ ਆਪਣੇ ਨਿਤਨੇਮ ਜੋ ਵੀ ਹੁੰਦਾ ਹਰਿਦੁਆਰ ਪਵਿੱਤਰ ਜਲ ਇਸ਼ਨਾਨ ਲਈ ਜਾਇਆ ਕਰਦੇ ਸੀ। 62 ਸਾਲ ਦੀ ਉਮਰ ਤੱਕ ਉਹਨਾਂ ਨੇ ਇਹ ਨੇਮ ਨਿਭਾਇਆ। ਇਹਨਾਂ ਨੇ 62 ਸਾਲ ਤੱਕ ਇਹ ਨਿਯਮ ਨੂੰ ਅਪਣਾਈ ਰੱਖਿਆ।
ਇੱਕ ਵਾਰ ਜਿਹੜੇ ਬੀਬੀ ਅਮਰੋ ਜੋ ਕਿ ਗੁਰੂ ਅੰਗਦ ਦੇਵ ਜੀ ਦੀ ਸਪੁੱਤਰੀ ਸੀ ਅਤੇ ਗੁਰੂ ਅਮਰਦਾਸ ਜੀ ਦੇ ਭਤੀਜੇ ਨੂੰ ਵਿਆਹੇ ਹੋਏ ਸਨ। ਗੁਰੂ ਨਾਨਕ ਦੇਵ ਜੀ ਦੀ ਬਾਣੀ ਦਾ ਉਚਾਰਨ ਕਰ ਰਹੇ ਸਨ ਤਾਂ ਉਸ ਸਮੇਂ ਗੁਰੂ ਅਮਰਦਾਸ ਜੀ ਦੇ ਮਨ ਦੇ ਵਿੱਚ ਥੋੜ੍ਹੀ ਹਲਚਲ ਪੈਦਾ ਕੀਤੀ। ਸੋ ਉਹਨਾਂ ਨੇ ਗੁਰੂ ਨਾਨਕ ਦੇਵ ਜੀ ਦੀ ਗੱਦੀ 'ਤੇ ਬੈਠੇ ਗੁਰੂ ਨੂੰ ਮਿਲਣ ਦਾ ਮਨ ਬਣਾਇਆ। 1540 ਈਸਵੀ ਦੇ ਵਿੱਚ ਬੀਬੀ ਅਮਰੋ ਉਹਨਾਂ ਨੂੰ ਆਪਣੇ ਪਿਤਾ ਗੁਰੂ ਅੰਗਦ ਦੇਵ ਜੀ ਪਾਸ ਖਡੂਰ ਸਾਹਿਬ ਲੈ ਕੇ ਗਏ। ਉਦੋਂ ਉਹ ਉੱਥੋਂ ਦੇ ਚੇਲੇ ਬਣ ਗਏ ਅਤੇ ਉਹਨੇ 12 ਸਾਲ ਇਕਾਗਰ ਹੋ ਕੇ ਗੁਰੂ ਅੰਗਦ ਦੇਵ ਜੀ ਦੀ ਸੇਵਾ ਕੀਤੀ। ਮਤਲਬ ਤੀਸਰੇ ਗੁਰੂ ਸਾਹਿਬ ਨੇ ਦੂਸਰੇ ਗੁਰੂ ਸਾਹਿਬ ਦੀ ਸੇਵਾ ਕੀਤੀ 12 ਸਾਲ ਇਕਾਗਰ ਹੋ ਕੇ। ਆਪਣੇ ਪੁੱਤਰਾਂ ਦਾਤੂ ਅਤੇ ਦਾਸੀ ਨੂੰ ਲਾਂਬੇ ਰੱਖਦਿਆਂ ਮਤਲਬ ਸਾਈਡ 'ਤੇ ਰੱਖ ਕੇ ਉਹਨਾਂ ਨੇ ਪੂਜਾ ਨੂੰ ਪਹਿਲ ਦਿੱਤੀ ਅਤੇ ਫਿਰ ਗੁਰੂ ਸਾਹਿਬ ਨੇ ਇਹਨਾਂ ਨੂੰ ਉੱਤਰਾਧਿਕਾਰੀ ਚੁਣਿਆ। 1552 ਵਿੱਚ ਆਪ ਗੁਰੂ ਬਣ ਗਏ ਸੀ। ਅਤੇ ਜਿਹੜੇ ਦਾਸ ਸੀ ਇਹਨਾਂ ਦੇ ਦਾਤੂ ਅਤੇ ਦਾਸੂ ਖਡੂਰ ਸਾਹਿਬ ਵਿੱਚ ਇਹ ਆਪਣੀ ਪਿਤਾ ਦਾ ਵੀ ਸਾਡੇ ਪਿਤਾ ਪੁਰਖੀ ਜਗ੍ਹਾ ਚੀਜ਼ ਆ, ਸਾਨੂੰ ਹੱਕ ਜਤਾਉਂਦੇ ਸੀ ਜ਼ਿਆਦਾ, ਤਾਂ ਉਹਨਾਂ ਨੂੰ ਥਾਂ ਛੱਡਣੀ ਪਈ ਅਤੇ ਫਿਰ ਇਹਨਾਂ ਨੇ ਇੱਕ ਹੋਰ ਸ਼ਹਿਰ ਵਸਾਇਆ ਗੋਇੰਦਵਾਲ ਸਾਹਿਬ। ਇਹ ਜਗ੍ਹਾ ਜਿਹੜੀ ਪੰਜਾਬ ਦੇ ਜ਼ਿਲ੍ਹਾ ਤਰਨ ਤਾਰਨ 'ਚ ਆ। ਗੁਰੂ ਜੀ ਨੇ ਗੋਇੰਦਵਾਲ ਦੇ ਵਿੱਚ 84 ਪੌੜੀਆਂ ਵਾਲੀ ਬਾਉਲੀ ਦਾ ਨਿਰਮਾਣ ਕਰਾਇਆ। ਇਹ ਪੇਪਰ 'ਚ ਕੁਐਸਚਨ ਆਇਆ ਹੋਇਆ ਵੀ ਕਿਹੜੇ ਗੁਰੂ ਸਾਹਿਬ ਨੇ ਬਾਉਲੀ 84 ਪੌੜੀਆਂ ਦਾ ਨਿਰਮਾਣ ਕਰਾਇਆ ਬਾਉਲੀ ਸਾਹਿਬ ਦਾ। ਇਹ ਸੀਗੇ ਮਤਲਬ ਤੀਸਰੇ ਗੁਰੂ ਨੇ ਬਾਉਲੀ ਸਾਹਿਬ ਦਾ ਨਿਰਮਾਣ ਕਰਵਾਇਆ ਸੀ। ਬਾਉਲੀ ਸਾਹਿਬ 84 ਪੌੜੀਆਂ 84 ਪੌੜੀਆਂ। ਅਤੇ ਉਸ ਤੋਂ ਬਾਅਦ ਇਹਨਾਂ ਨੇ ਗੋਇੰਦਵਾਲ ਦੇ ਵਿੱਚ ਗੁਰੂ ਕਾ ਲੰਗਰ ਸ਼ੁੱਧ ਆਟੇ ਅਤੇ ਮੱਖਣ ਦੀ ਵਰਤੋਂ ਕਾਰਨ ਪ੍ਰਸਿੱਧ ਹੋ ਗਿਆ ਸੀ ਉਹਨਾਂ ਦਾ, ਅਤੇ ਉਹਨਾਂ ਨੇ ਲੰਗਰ ਨੂੰ ਆਪਣਾ ਇੱਕ ਵੱਖਰਾ ਚਿੰਨ੍ਹ ਦੀ ਤਰ੍ਹਾਂ ਮਤਲਬ ਬਣਾਇਆ। ਇਸ ਚੀਜ਼ ਨੂੰ ਪਰੰਪਰਾ ਨੂੰ ਜਾਰੀ ਰੱਖਿਆ। ਉਹਨਾਂ ਦਾ ਮਤਲਬ ਕਥਨ ਇਹ ਸੀ, ਉਹਨਾਂ ਦੀ ਕਹਿਣੀ ਇਹ ਸੀ ਵੀ ਸੰਗਤ ਤੋਂ ਪਹਿਲਾਂ ਪੰਗਤ, ਸੰਗਤ ਮਸਟ ਪ੍ਰਸੀਡ ਪੰਗਤ, ਸੰਗਤ ਮਸਟ ਪ੍ਰਸੀਡ ਪੰਗਤ, ਅਰਥਾਤ ਜੋ ਵੀ ਗੁਰੂ ਦਰਸ਼ਨਾਂ ਲਈ ਆਉਂਦਾ ਹੈ ਪਹਿਲਾਂ ਲੰਗਰ ਛਕ ਕੇ ਜਾਣਾ ਪੈਂਦਾ ਹੈ। ਅਤੇ ਉਸ ਤੋਂ ਬਾਅਦ ਇੱਥੋਂ ਤੱਕ ਜਿਹੜਾ ਰਾਜਾ ਅਕਬਰ ਸੀ ਗੁਰੂ ਸਾਹਿਬ ਗੋਇੰਦਵਾਲ ਸੀ ਤਾਂ ਉਹਨੂੰ ਮਿਲਣ ਲਈ ਆਇਆ ਸੀ ਅਤੇ ਉਸਨੇ ਇਹਨੇ ਨਿਯਮ ਦੀ ਪਾਲਣਾ ਕਰਨੀ ਪਈ। ਰਾਜੇ ਨੇ ਲੰਗਰ ਦੇ ਨੇੜਲੇ 12 ਪਿੰਡਾਂ ਦੀ ਜ਼ਮੀਨ ਇਹਨਾਂ ਨੂੰ ਦੇਣੀ ਚਾਹੀ, ਪਰ ਗੁਰੂ ਜੀ ਨੇ ਇਹ ਜ਼ਮੀਨ ਲੈਣ ਤੋਂ ਨਾ ਕਰ ਦਿੱਤਾ। ਅਤੇ ਉਸ ਤੋਂ ਬਾਅਦ ਅਸੀਂ ਗੱਲ ਕਰ ਲਈ 22 ਮੰਜੀਆਂ ਦੀ ਸਥਾਪਨਾ ਇਹਨਾਂ ਨੇ ਕਰਵਾਈ ਅਤੇ ਗੁਰੂ ਅਮਰਦਾਸ ਜੀ ਨੇ ਅੰਕ ਪੋਥੀ ਤਿਆਰ ਕੀਤੇ। ਉਸ ਤੋਂ ਬਾਅਦ ਗੱਲ ਕਰ ਲਈ ਗੁਰੂ ਸਾਹਿਬ ਜੀ ਦੁਆਰਾ ਕੀਤੇ ਕਾਰਜ। ਇਹ 1574 ਨੂੰ ਜੋਤੀ ਜੋਤ ਸਮਾਏ ਅਤੇ ਇਹਨਾਂ ਨੇ ਆਪਣੀ ਜਿਹੜੀ ਗੁਰਗੱਦੀ ਸੀ ਭਾਈ ਜੇਠਾ ਜੀ ਨੂੰ ਆਪਣਾ ਉੱਤਰਾਧਿਕਾਰੀ ਚੁਣਿਆ। ਭਾਈ ਜੇਠਾ ਜੀ ਮਤਲਬ ਚੌਥੇ ਗੁਰੂ ਰਾਮਦਾਸ ਜੀ ਨੂੰ ਚੁਣਿਆ। ਅਤੇ ਗੁਰੂ ਅਮਰਦਾਸ ਜੀ ਨੇ ਮਤਲਬ ਕੀਤੇ ਜਿਹੜੇ ਮੇਨ ਕੰਮ ਸੀ ਇਹਨਾਂ ਦੇ ਮੰਜੀ ਸਿਸਟਮ ਸ਼ੁਰੂ ਕੀਤਾ। ਆਨੰਦ ਸਾਹਿਬ ਜੀ 'ਚ 40 ਸਟੈਂਜਾਂ ਨੇ, ਗੋਇੰਦਵਾਲ ਸਾਹਿਬ 84 ਪੌੜੀਆਂ ਦਾ ਨਿਰਮਾਣ ਕਰਾਇਆ ਅਤੇ ਪੰਗਤ ਮਸਟ ਪ੍ਰਸੀਡ ਸੰਗਤ ਨੂੰ ਪਹਿਲਾਂ ਹੀ ਦੱਸ ਚੁੱਕਿਆ। ਅਤੇ ਉਸ ਤੋਂ ਬਾਅਦ ਗੁਰੂ ਰਾਮਦਾਸ ਜੀ, ਚੌਥੇ ਗੁਰੂ ਰਾਮਦਾਸ ਜੀ ਦੀ ਗੱਲ ਕਰ ਰਹੀ ਹੈ। ਚੌਥੇ ਗੁਰੂ ਰਾਮਦਾਸ ਜੀ ਬੋਰਨ ਸਤੰਬਰ 24 1539 ਐਟ ਚੂਨਾ ਮੰਡੀ ਲਾਹੌਰ ਪਾਕਿਸਤਾਨ ਦੇ ਵਿੱਚ ਹੈ ਜੋ ਜਗ੍ਹਾ। ਅਤੇ ਫਾਦਰ ਸਾਹਿਬ ਸੀ ਬਾਬਾ ਹਰੀਦਾਸ ਜੀ, ਮਦਰ ਮਾਤਾ ਦਇਆ ਕੌਰ ਜੀ, ਵਾਈਫ ਦਾ ਨਾਮ ਬੀਬੀ ਭਾਨੀ ਜੀ। ਅਤੇ ਉਸ ਤੋਂ ਬਾਅਦ ਸਾਹਿਬਜ਼ਾਦੇ ਪ੍ਰਿਥੀ ਚੰਦ, ਮਹਾਦੇਵ ਐਂਡ ਗੁਰੂ ਅਰਜਨ ਦੇਵ ਜੀ, 3 ਭਰਾ ਸੀ, ਪ੍ਰਿਥੀ ਚੰਦ, ਮਹਾਦੇਵ, ਅਰਜਨ ਦੇਵ ਜੀ। ਅਤੇ ਜੋਤੀ ਜੋਤ ਸਮਾਏ ਇਹ 1 ਸਤੰਬਰ 1581 ਨੂੰ ਗੋਇੰਦਵਾਲ ਪੰਜਾਬ। ਚੌਥੇ ਗੁਰੂ ਰਾਮਦਾਸ ਦੀ ਗੱਲ ਕਰ ਰਹੇ ਹਾਂ। ਚੌਥੇ ਗੁਰੂ ਰਾਮਦਾਸ ਜੀ ਦਾ ਜੋਤੀ ਜੋਤ 1581 ਨੂੰ ਗੋਇੰਦਵਾਲ ਸਾਹਿਬ ਵਿਖੇ। ਅਤੇ ਸਿਟੀ ਫਾਊਂਡ ਕਿਹੜੀ ਕੀਤੀ ਸੀ ਇਹਨਾਂ ਨੇ? ਅੰਮ੍ਰਿਤਸਰ, ਗੁਰੂ ਕਾ ਚੱਕ। ਅਤੇ ਉਸ ਤੋਂ ਬਾਅਦ ਅਸੀਂ ਗੱਲ ਕਰਦੇ ਹਾਂ 5ਵੇਂ ਗੁਰੂ ਸ਼੍ਰੀ ਗੁਰੂ ਅਰਜਨ ਦੇਵ ਜੀ ਦੀ। ਇਹਦੇ ਵਿੱਚੋਂ ਕੁਐਸਚਨ ਆਇਆ ਪੇਪਰ ਦੇ ਵਿੱਚ। ਬਰਥ ਅਪ੍ਰੈਲ 15 1563 ਗੋਇੰਦਵਾਲ ਸਾਹਿਬ ਵਿਖੇ। ਅਤੇ ਫਾਦਰ ਗੁਰੂ ਰਾਮਦਾਸ ਜੀ, ਮਦਰ ਬੀਬੀ ਭਾਨੀ ਜੀ, ਸਿਮਲਿੰਗ ਪ੍ਰਿਥੀ ਚੰਦ, ਮਹਾਦੇਵ। ਅਤੇ ਮਾਹਲ ਮਾਤਾ ਗੰਗਾ ਜੀ, ਮਤਲਬ ਧਰਮ ਪਤਨੀ ਦਾ ਨਾਮ ਮਾਤਾ ਗੰਗਾ ਜੀ। ਅਤੇ ਉਸ ਤੋਂ ਬਾਅਦ ਸਾਹਿਬਜ਼ਾਦੇ ਗੁਰੂ ਹਰਗੋਬਿੰਦ ਜੀ। ਅਤੇ ਉਸ ਤੋਂ ਬਾਅਦ ਜੋਤੀ ਜੋਤ ਦਾ ਸਮਾਂ ਮਈ 30 1606 ਲਾਹੌਰ ਪਾਕਿਸਤਾਨ ਦੇ ਵਿੱਚ। ਗੁਰੂ ਅਰਜਨ ਸਾਹਿਬ ਜੀ ਪੰਜਾਬੀ ਦੇ ਵਿੱਚ ਲਿਖਿਆ ਨੀਚੇ। ਪ੍ਰਕਾਸ਼ ਸਮਾਂ, ਪ੍ਰਕਾਸ਼ ਸਥਾਨ
ਪਿਤਾ ਦਾ ਨਾਮ, ਮਾਤਾ ਦਾ ਨਾਮ, ਸੰਤਾਨ, ਗੁਰਿਆਈ ਸਮਾਂ, ਜੋਤੀ ਜੋਤ ਸਮਾਉਣਾ। ਅਤੇ ਉਸ ਤੋਂ ਬਾਅਦ ਇਹਨਾਂ ਦੁਆਰਾ ਕੀਤੇ ਗਏ ਕਾਰਜਾਂ ਦਾ ਵਰਣਨ ਅਸੀਂ ਤੁਹਾਨੂੰ ਦੱਸਾਂਗੇ। ਅਤੇ ਉਸ ਦੇ ਵਿੱਚ ਕੀ ਸੀ, ਅਤੇ ਇਹਨਾਂ ਨੇ ਸਿਟੀ ਫਾਊਂਡ ਕਿਹੜੀ ਕੀਤੀ ਸੀ ਇਹ ਪੇਪਰ ਦੇ ਵਿੱਚ, ਜੋ ਪੇਪਰ ਦੇ ਵਿੱਚ ਕੁਐਸਚਨ ਪੁੱਛੇ ਗਿਆ, ਮੈਂ ਤੁਹਾਨੂੰ ਜ਼ਿਆਦਾ ਫੋਕਸ ਉਸ ਚੀਜ਼ ਦੇ ਉੱਪਰ ਕਰਨੀ ਚਾਹੁੰਦਾ ਹਾਂ ਵੀ ਤੁਹਾਨੂੰ ਉਹ ਚੀਜ਼ ਜ਼ਿਆਦਾ ਦੱਸਣੀ ਚਾਹੁੰਦਾ ਵੀ ਜਿਹੜੀ ਚੀਜ਼ ਪੇਪਰ ਦੇ ਵਿੱਚ ਆਈ ਹੈ ਕਿ ਤੁਸੀਂ ਉਸ ਚੀਜ਼ ਦੀ ਤਿਆਰੀ ਬਹੁਤ ਚੰਗੀ ਤਰ੍ਹਾਂ ਕਰਕੇ ਜਾਓ, ਪੇਪਰ ਦੇ ਵਿੱਚ ਤੁਹਾਡੀ ਤਿਆਰੀ ਵਧੀਆ ਹੋਵੇ। ਅਤੇ ਇਹ ਤੁਹਾਨੂੰ ਮੈਂ ਦੱਸਦਾ ਇਹਨਾਂ ਦੇ ਵਿੱਚੋਂ ਜਿਹੜੀ ਮੇਨ ਚੀਜ਼ ਹੈ, ਅਤੇ ਇਹ ਹੈਗੇ ਸਿਟੀ ਫਾਊਂਡ ਕਿਹੜੀ ਕਰਵਾਈ ਗੁਰੂ ਸਾਹਿਬ ਨੇ, ਅਤੇ ਮੁਗਲ ਰਾਜੇ ਉਸ ਟਾਈਮ ਦੇ ਵਿੱਚ ਕਿਹੜੇ ਸੀ, ਅਕਬਰ ਅਤੇ ਜਹਾਂਗੀਰ। ਡੈਥ ਦਾ ਸਮਾਂ 1606 ਈਸਵੀ ਨੂੰ। ਲਾਹੌਰ ਦੇ ਵਿੱਚ ਫਸਟ ਸਿੱਖ ਗੁਰੂ ਵੀ ਸੱਚੇ ਪਾਤਸ਼ਾਹ ਦੀ ਉਪਾਧੀ ਵੀ ਇਹਨਾਂ ਨੂੰ ਦਿੱਤੀ ਗਈ। ਭਾਈ ਗੁਰਦਾਸ ਜੀ ਨੇ ਕੰਪਲੀਟ ਕੀਤਾ ਗ੍ਰੰਥ ਸਾਹਿਬ ਗੁਰੂ ਅਰਜਨ ਦੇਵ 1604 ਦੇ ਵਿੱਚ। ਸਨ ਇਹਨਾਂ ਦੇ ਹਰਗੋਬਿੰਦ ਜੀ, ਅਤੇ ਕੰਪੋਜ਼ਡ ਕੀਤਾ ਨੇ ਸੁਖਮਨੀ ਸਾਹਿਬ, ਆਦਿ ਗ੍ਰੰਥ, ਪੋਥੀ ਸਾਹਿਬ। ਅਤੇ ਉਸ ਤੋਂ ਇਲਾਵਾ ਅੱਗੇ 6ਵੇਂ ਗੁਰੂ ਜੀ ਦੀ ਗੱਲ ਕਰਾਂਗੇ। 6ਵੇਂ ਗੁਰੂ ਸ਼੍ਰੀ ਗੁਰੂ ਹਰਗੋਬਿੰਦ ਜੀ, ਸ਼੍ਰੀ ਗੁਰੂ ਹਰਗੋਬਿੰਦ ਜੀ ਦੀ ਗੱਲ ਕਰਾਂਗੇ। 6ਵੇਂ ਗੁਰੂ ਸ਼੍ਰੀ ਗੁਰੂ ਹਰਗੋਬਿੰਦ ਜੀ ਦੀ ਗੱਲ ਕਰਾਂਗੇ ਅਸੀਂ। ਹੁਣ ਬੋਰਨ ਹੋਇਆ ਇਹਨਾਂ ਦਾ ਜੁਲਾਈ 5 1595 ਨੂੰ। ਬੋਰਨ ਗੁਰੂ ਕੀ ਵਡਾਲੀ ਅੰਮ੍ਰਿਤਸਰ। ਅਤੇ ਅਦਰ ਨੇਮ ਦਾ ਸਿੱਖ ਮਾਸਟਰ ਨੋਨ ਬਿਲਿੰਗ ਦਾ ਅਕਾਲ ਤਖਤ। ਫਸਟ ਗੁਰੂ ਟੂ ਵੈਲਫੇਅਰ ਐਡਵਾਈਜ਼ਿੰਗ। ਇਹ ਤੁਸੀਂ ਪੜ੍ਹ ਸਕਦੇ, ਇਹਦੇ ਵਿੱਚ ਤੁਹਾਨੂੰ ਦੱਸਿਆ ਗਿਆ। ਹੁਣ ਮੈਂ ਤੁਹਾਨੂੰ ਬਿਲਕੁਲ ਮਤਲਬ ਪੂਰੀ ਡਿਟੇਲ ਦੇ ਵਿੱਚ ਦੱਸਦਾ। ਇਹਨਾਂ ਦਾ ਕਾਫੀ ਇੰਪੋਰਟੈਂਟ ਹੈ ਕਿਉਂਕਿ ਇਹਨਾਂ ਨੇ ਕਾਫੀ ਜ਼ਿਆਦਾ ਕਾਰਜ ਕਰਵਾਏ ਸੀ। ਅਤੇ ਬਰਥ ਟਾਈਮ ਤੁਹਾਨੂੰ ਦੱਸ ਚੁੱਕਿਆ ਉੱਪਰ। ਵਡਾਲੀ ਵਿਲੇਜ ਅੰਮ੍ਰਿਤਸਰ। ਇੰਟਰੋਡਿਊਸਡ ਇਹਨਾਂ ਨੇ 2 ਤਲਵਾਰਾਂ ਧਾਰਨ ਕੀਤੀਆਂ ਸਨ, ਮੀਰੀ ਅਤੇ ਪੀਰੀ। ਜਿਹੜੀ ਮੀਰੀ ਇਹ ਪੇਪਰ ਦੇ ਵਿੱਚ ਆਇਆ ਕੁਐਸਚਨ ਵੀ ਮੀਰੀ ਅਤੇ ਪੀਰੀ। ਪੀਰੀ ਸਪਿਰਿਚੁਅਲ ਪਾਵਰਸ ਲਈ ਸੀ, ਜਿਹੜੀ ਮੀਰੀ ਸੀ ਉਹ ਅਥੋਰਟੀ ਓਵਰ ਸਿੱਖਸ ਲਈ ਸੀ। ਅਤੇ ਨੋਨ ਐਜ਼ ਇਹਨਾਂ ਨੂੰ ਬੰਦੀ ਛੋੜ ਵੀ ਕਿਹਾ ਜਾਂਦਾ ਸੀ ਕਿਉਂਕਿ ਇਹਨਾਂ ਨੇ 52 ਰਾਜਾ ਨੂੰ ਰਿਹਾ ਕਰਾਇਆ ਸੀ। ਤੁਹਾਨੂੰ ਅੱਗੇ ਮੈਂ ਪਿਕ ਦਿਖਾਉਣਾ। ਗੁਰੂ ਆਹ ਦੇਖੋ, ਆਹ ਤਲਵਾਰਾਂ 2 ਧਾਰਨ ਕੀਤੀਆਂ ਸੀ, ਮੀਰੀ ਅਤੇ ਪੀਰੀ। ਮੀਰੀ ਕਿਸ ਲਈ ਸੀ ਅਤੇ ਪੀਰੀ ਤਲਵਾਰ ਦਾ ਮਤਲਬ ਕੀ ਸੀ? ਜਿਹੜੀ ਮੀਰੀ ਤਲਵਾਰ ਸੀ, ਮੀਰੀ ਤਲਵਾਰ ਸੀ ਸਪਿਰਿਚੁਅਲ ਪਾਵਰ, ਅਤੇ ਪੀਰੀ ਸੀਗੀ ਇੱਕ ਮੀਰੀ ਅਤੇ ਇੱਕ ਪੀਰੀ। ਅੱਗੇ ਤਸਵੀਰ ਦੇ ਵਿੱਚ ਤੁਹਾਨੂੰ ਦਿਖਾਉਣਾ ਚਾਹੁੰਦਾ। ਆਹ ਤਸਵੀਰ ਦੇ ਵਿੱਚ ਇਹਨਾਂ ਦਾ ਨਾਮ ਬੰਦੀ ਛੋੜ ਕਿਹਾ ਜਾਂਦਾ ਕਿਉਂਕਿ 52 ਰਾਜਿਆਂ ਨੂੰ ਇਹਨਾਂ ਨੇ ਗਵਾਲੀਅਰ ਦੇ ਕਿਲ੍ਹੇ 'ਚੋਂ ਰਿਹਾ ਕਰਵਾਇਆ ਸੀਗਾ। ਇਹਨਾਂ ਦੇ ਚੋਲਾ 52 ਲੜੀਆਂ ਵਾਲਾ। ਅਤੇ ਇੱਥੇ ਮੀਰੀ ਅਤੇ ਪੀਰੀ ਆ ਰਹੇ, ਮੀਰੀ ਅਤੇ ਪੀਰੀ। ਆਹ ਮੀਰੀ ਤਲਵਾਰ, ਇੱਕ ਪੀਰੀ, 2 ਤਲਵਾਰਾਂ ਧਾਰਨ ਕੀਤੀਆਂ ਸਨ। 2 ਤਲਵਾਰਾਂ ਧਾਰਨ ਮੀਰੀ ਅਤੇ ਪੀਰੀ ਕਰਨ ਵਾਲੇ ਕਿਹੜੇ ਗੁਰੂ ਸਨ? 6ਵੇਂ ਗੁਰੂ ਹਰਗੋਬਿੰਦ ਜੀ। ਇਹ ਮਤਲਬ ਗੁਰੂ ਹਰਗੋਬਿੰਦ ਜੀ 6ਵੇਂ ਗੁਰੂ ਸਨ। ਇਹ 12 ਸਾਲ ਦੇ ਸਨ ਵੈਨ ਗੱਦੀ ਟੇਕ, ਜਦੋਂ ਇਹਨਾਂ ਨੇ ਗੱਦੀ ਸੰਭਾਲੀ ਤਾਂ ਇਹ 12 ਸਾਲ ਦੇ ਸੀ। ਅਤੇ ਮੀਰੀ ਅਤੇ ਪੀਰੀ, ਹੁਣ ਮੀਰੀ ਦਾ ਤੁਹਾਨੂੰ ਦੱਸਦਾ ਹਾਂ। ਇਹ ਸਪਿਰਿਚੁਅਲ ਪਾਵਰ, ਸਪਿਰਿਚੁਅਲ ਪਾਵਰ। ਅਤੇ ਪੀਰੀ ਸੀਗੀ ਅਥੋਰਟੀ ਓਵਰ ਸਿੱਖ। ਮੇਰੀ ਸਪਿਰਿਚੁਅਲ ਪਾਵਰ ਹੈ। ਮੇਰੀ ਸਪਿਰਿਚੁਅਲ ਪਾਵਰ ਲਈ ਇਹ ਸੀ ਮੇਰੀ। ਅਤੇ ਜੋ ਪੀਰੀ ਸੀ ਸਪਿਰਿਚੁਅਲ ਪਾਵਰ, ਮੇਰੀ ਸੀ ਅਥੋਰਟੀ ਓਵਰ ਸਿੱਖ। ਅਤੇ ਉਸ ਤੋਂ ਬਾਅਦ ਅਸੀਂ ਗੱਲ ਕਰ ਲਈਏ ਇਹਨਾਂ ਨੇ ਕੰਸਟਰਕਟਡ ਕੀ ਬਣਾਇਆ? ਅਕਾਲ ਤਖਤ ਬਣਾਇਆ ਸੀ ਇਨ ਫਰੰਟ ਆਫ ਦਾ ਅੰਮ੍ਰਿਤਸਰ ਸਾਹਿਬ 1609 ਦੇ ਵਿੱਚ। ਸਿਟੀ ਫਾਊਂਡ ਕੀਤੀ ਇਹਨਾਂ ਨੇ ਕਰਤਾਰਪੁਰ। ਇਹ ਵੀ ਕੁਐਸਚਨ ਪੁੱਛਿਆ ਜਾ ਸਕਦਾ ਪੇਪਰ ਦੇ ਵਿੱਚ। ਸਿਟੀ ਫਾਊਂਡ ਕਿਹੜੀ ਕੀਤੀ? ਕੀਰਤਪੁਰ। ਅਤੇ ਮੁਗਲ ਅੰਪਾਇਰ ਕਿਹੜੇ ਸਨ? ਜਹਾਂਗੀਰ ਅਤੇ ਸ਼ਾਹਜਹਾਂ। ਡੈਥ ਹੋਈ ਇਹਨਾਂ ਦੀ 1644 ਵਿੱਚ। 1644 ਦੇ ਵਿੱਚ ਉੱਪਰ ਲਿਖਿਆ ਇਹਨਾਂ ਦੀ ਏਜ 48 ਸਾਲ। ਜੋਤੀ ਜੋਤ ਪਲੇਸ ਕੀਰਤਪੁਰ ਸਾਹਿਬ। ਅਤੇ ਪੇਰੈਂਟਸ ਗੁਰੂ ਅਰਜਨ ਦੇਵ ਜੀ ਅਤੇ ਮਾਤਾ ਗੰਗਾ। ਅਤੇ ਉਸ ਤੋਂ ਬਾਅਦ ਅਸੀਂ ਗੱਲ ਕਰ ਰਹੀ ਹੈ ਮੇਰੀ ਅਤੇ ਪੀਰੀ। ਇਹਦੇ ਬਾਰੇ ਤੁਹਾਨੂੰ ਦੱਸਿਆ ਗੁਰੂ ਹਰ ਰਾਏ ਜੀ। ਉਸ ਤੋਂ ਬਾਅਦ ਗੱਲ ਕਰਾਂਗੇ 7ਵੇਂ ਗੁਰੂ ਸ਼੍ਰੀ ਗੁਰੂ ਹਰ ਰਾਏ ਜੀ ਦੀ ਬਰਥ ਟਾਈਮ। ਇਹਨਾਂ ਦਾ ਬਰਥ ਦਾ ਸਮਾਂ, ਬਰਥ ਟਾਈਮ ਹੋਇਆ ਇਹਨਾਂ ਦਾ 31 ਜਨਵਰੀ 1630 ਨੂੰ। ਅਤੇ ਪ੍ਰਕਾਸ਼ ਸਥਾਨ ਕੀਰਤਪੁਰ ਸਾਹਿਬ ਰੋਪੜ ਲਾਗੇ। ਪਿਤਾ ਦਾ ਨਾਮ ਬਾਬਾ ਗੁਰਦਿੱਤਾ ਜੀ, ਮਾਤਾ ਦਾ ਨਾਮ ਨਿਹਾਲ ਕੌਰ ਜੀ। ਅਤੇ ਪ੍ਰਕਾਸ਼ ਸਥਾਨ, ਪਿਤਾ ਦਾ ਨਾਮ, ਮਾਤਾ ਦਾ ਨਾਮ ਮਹਿਲ ਮਾਤਾ ਕ੍ਰਿਸ਼ਨ ਕੌਰ ਜੀ। ਸੰਤਾਨ ਇਹਨਾਂ ਦੇ ਰਾਮ ਰਾਏ, ਬੀਬੀ ਅਨੂਪ ਕੌਰ ਜੀ, ਗੁਰੂ ਹਰਕ੍ਰਿਸ਼ਨ ਸਾਹਿਬ ਜੀ। ਅਤੇ ਗੁਰਿਆਈ ਸਮਾਂ ਇਹ 14 ਮਾਰਚ 1644। ਜੋਤੀ ਜੋਤ ਸਮਾਉਣਾ 20 ਅਕਤੂਬਰ 1661। ਗੁਰਿਆਈ ਦਾ ਸਮਾਂ 17/7/6।
ਇਹ ਟਾਈਮ ਮਤਲਬ। ਅਤੇ ਇਹਨਾਂ ਦਾ ਮੁਗਲ ਅੰਪਾਇਰ ਉਸ ਟਾਈਮ ਕਿਹੜੇ ਸੀ? ਸ਼ਾਹਜਹਾਂ ਉਸ ਟਾਈਮ ਮੁਸਲਮਾਨ ਸੀ। ਅਤੇ ਬਲੈਸਡ ਦਾਰਾ ਸ਼ਿਕੋ, ਅਤੇ ਡੈਥ ਇਹਨਾਂ ਦੀ 1661 ਦੇ ਵਿੱਚ ਕੀਰਤਪੁਰ ਸਾਹਿਬ। ਅਤੇ ਇਹਨਾਂ ਦਾ ਬਰਥ ਐਂਡ ਡੈਥ ਪਲੇਸ ਸੇਮ ਨੇਗੀਆਂ, ਬਰਥ ਐਂਡ ਡੈਥ ਪਲੇਸ ਸੇਮ ਨੇ। ਉਸ ਤੋਂ ਬਾਅਦ ਅਸੀਂ ਗੱਲ ਕਰਾਂਗੇ ਗੁਰੂ ਹਰਕ੍ਰਿਸ਼ਨ ਜੀ। ਇਹਨਾਂ ਨੂੰ ਬਾਲਾ ਪੀਰ ਵੀ ਕਿਹਾ ਜਾਂਦਾ ਹੈ। ਬਾਲਾ ਪੀਰ ਮਤਲਬ ਥੋੜ੍ਹਾ ਟਾਈਮ ਇਹਨਾਂ ਨੇ ਉਹ ਕੀਤਾ ਗਾ, ਰਾਜ ਕੀਤਾ ਗੁਰੂ ਜੀ ਨੇ। ਸਭ ਤੋਂ ਛੋਟੀ ਉਮਰ ਦੇ ਗੁਰੂ ਸਨ ਜਿਹੜੇ ਉਹ 8ਵੇਂ ਗੁਰੂ ਸ਼੍ਰੀ ਗੁਰੂ ਹਰਕ੍ਰਿਸ਼ਨ ਜੀ ਸਨ, ਜੋ ਸਭ ਤੋਂ ਛੋਟੀ ਉਮਰ ਦੇ ਗੁਰੂ ਜੀ ਸਨ। ਅਤੇ ਇਹਨਾਂ ਦੇ ਟਾਈਮ ਦੇ ਵਿੱਚ ਸੀਗਾ ਮੁਗਲ ਅੰਪਾਇਰ ਔਰੰਗਜ਼ੇਬ। ਅਤੇ ਇਹਨਾਂ ਦੀ ਜਿਹੜੀ ਡੈਥ ਹੁੰਦੀ ਆ, ਗੁਰੂ ਹਰਕ੍ਰਿਸ਼ਨ ਜੀ ਦੀ ਡੈਥ ਹੋਣ ਦਾ ਕਾਰਨ ਤਾਂ ਹੈ ਵੀ ਇਹਨਾਂ ਨੂੰ ਸਮਾਲ ਪੌਕਸ ਹੋਈ ਸੀਗੀ, ਅਤੇ ਇਸ ਕਰਕੇ ਇਹਨਾਂ ਦੀ ਡੈਥ 1664 ਈਸਵੀ ਵਿੱਚ ਹੋਈ। ਇਹਨਾਂ ਨੂੰ ਬਰਥ ਟਾਈਮ ਇਹਨਾਂ ਦਾ ਕੀਰਤਪੁਰ ਸਾਹਿਬ ਹੋਇਆ ਸੀ। ਇਹਨਾਂ ਨੂੰ ਬਾਲਾ ਪੀਰ ਵੀ ਕਿਹਾ ਜਾਂਦਾ ਹੈ। ਇਹ ਕੁਐਸਚਨ ਆਇਆ ਪੇਪਰ 'ਚ, ਬਾਲਾ ਪੀਰ ਬਾਲ ਪੀਰ ਕਿਹਨਾਂ ਨੂੰ ਕਿਹਾ ਜਾਂਦਾ, ਇਹ ਕੁਐਸਚਨ ਵੀ ਆ ਚੁੱਕਿਆ। ਇਹਨਾਂ ਗੁਰੂ ਜੀ ਦਾ ਬਹੁਤ ਘੱਟ ਸਮਾਂ ਇਹਨਾਂ ਨੇ ਰਾਜ ਕੀਤਾ। ਅਤੇ ਉਸ ਤੋਂ ਬਾਅਦ ਅਸੀਂ ਗੱਲ ਕਰ ਲਈਏ 9ਵੇਂ ਗੁਰੂ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ। ਲਿਖਿਆ ਜੁਲਾਈ, ਬਰਥ ਟਾਈਮ, ਬੋਰਨ ਪਲੇਸ, ਈਅਰ, ਸਕਸੈਸਰ, ਪ੍ਰੋਸੀਡਰ। ਇਹ ਫਾਈਲ ਦੇ ਵਿੱਚ ਤੁਹਾਨੂੰ ਇੰਗਲਿਸ਼ ਵਿੱਚ ਵੀ ਲਿਖਿਆ ਗਿਆ ਹੈ। ਅਤੇ ਉਸ ਤੋਂ ਬਾਅਦ ਅਸੀਂ 9ਵੇਂ ਗੁਰੂ ਜਿਹਨੂੰ ਪੜ੍ਹ ਸਕਦੇ ਹੋ ਤੁਸੀਂ, ਉੱਪਰ ਲਿਖਿਆ ਗਿਆ। ਉਸ ਤੋਂ ਬਾਅਦ ਅਸੀਂ ਗੱਲ ਕਰਾਂਗੇ ਅਰਲੀ ਲਾਈਫ ਸ਼੍ਰੀ ਗੁਰੂ ਤੇਗ ਬਹਾਦਰ ਜੀ। ਸ਼੍ਰੀ ਗੁਰੂ ਤੇਗ ਬਹਾਦਰ ਜੀ ਵਾਸ ਬੋਰਨ ਐਟ ਅੰਮ੍ਰਿਤਸਰ ਇਨ 1621। ਹੀ ਵਾਜ਼ ਯੰਗੈਸਟ ਆਫ ਗੁਰੂ ਹਰਗੋਬਿੰਦ। ਹਿਜ਼ ਲਾਈਫ ਵਾਜ਼ ਮੋਸਟ ਯੂਜ਼ਫੁਲ ਬਿੰਗਿੰਗ। ਇੰਗਲਿਸ਼ ਦੇ ਵਿੱਚ ਲਿਖਿਆ ਫਰੈਂਡ, ਅਸੀਂ ਪੜ੍ਹ ਸਕਦੇ। ਮੈਂ ਤੁਹਾਨੂੰ ਵਿੱਚ ਪੰਜਾਬੀ ਦੇ ਵਿੱਚ ਚੰਗੀ ਤਰ੍ਹਾਂ ਦੱਸਦਾ, ਕਿਉਂਕਿ ਕਈ ਸਟੂਡੈਂਟ ਜੋ ਪੰਜਾਬ ਟੈਸਟਾਂ ਦੀ ਤਿਆਰੀ ਕਰਦੇ ਆ ਉਹ ਜ਼ਿਆਦਾ ਇੰਗਲਿਸ਼ ਨਹੀਂ ਪੜ੍ਹ ਸਕਦੇ, ਤਾਂ ਉਹਨਾਂ ਨੂੰ ਮੈਂ ਬਿਲਕੁਲ ਆਸਾਨ ਭਾਸ਼ਾ ਦੇ ਵਿੱਚ ਸਿੰਪਲ ਤਰੀਕੇ ਨਾਲ ਪੜ੍ਹਾ ਰਿਹਾ। ਅਤੇ 9ਵੇਂ ਗੁਰੂ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ ਹੁਣ ਅਸੀਂ ਗੱਲ ਕਰ ਰਹੇ ਹਾਂ। ਅਤੇ ਇਹਨਾਂ ਦਾ ਜਨਮ 1621 ਈਸਵੀ ਦੇ ਵਿੱਚ ਅੰਮ੍ਰਿਤਸਰ ਵਿਖੇ ਹੋਇਆ। ਮਾਤਾ ਜੀ ਦਾ ਨਾਮ ਮਾਤਾ ਨਾਨਕੀ, ਪਿਤਾ ਗੁਰੂ ਹਰਗੋਬਿੰਦ ਜੀ, ਇਹਨਾਂ ਦੀ ਪਤਨੀ ਦਾ ਨਾਮ ਗੁਜਰੀ, ਅਤੇ ਸਪੁੱਤਰ ਗੋਬਿੰਦ ਰਾਏ, ਗੁਰੂ ਗੋਬਿੰਦ ਸਿੰਘ ਜੀ, ਜੋ ਕਿ ਅੱਗੇ ਜਾ ਕੇ 10ਵੇਂ ਗੁਰੂ ਬਣਦੇ ਨੇ। ਅਤੇ ਗੁਰਗੱਦੀ ਇਹਨਾਂ ਨੂੰ 1664 ਤੋਂ 1675 ਈਸਵੀ। ਅਤੇ ਸਥਾਪਿਤ ਕਦੋਂ ਕੀਤਾ? ਚੱਕ ਨਾਨਕੀ, ਅਨੰਦਪੁਰ ਸਾਹਿਬ। ਉਸ ਸਮੇਂ ਦੇ ਜਿਹੜੇ ਮੁਗਲ ਬਾਦਸ਼ਾਹ ਸੀ ਉਹ ਸੀ ਔਰੰਗਜ਼ੇਬ। ਇਹਨਾਂ ਨੂੰ ਕਿੰਨਾ ਨਾਮ ਦੇ ਨਾਲ ਜਾਣਿਆ ਜਾਂਦਾ ਹੈ? ਇਹਨਾਂ ਨੂੰ ਸ਼੍ਰੀ ਹਿੰਦ ਦੀ ਚਾਦਰ ਕਿਹਾ ਜਾਂਦਾ। ਦੇਖੋ ਲਿਖਿਆ ਇਹਦੇ ਵਿੱਚ ਹਿੰਦੀ 'ਚ ਲਿਖਿਆ ਹੋਇਆ, ਹਿੰਦ ਕੀ ਚਾਦਰ, ਕਸ਼ਮੀਰ ਕੇ ਹਿੰਦੂਆਂ ਕੋ ਜਬਰਨ ਮੁਸਲਮਾਨ ਬਣਾਉਣਾ। ਤਾਂ ਉਹਦਾ ਵਿਰੋਧ ਕਰਦੇ ਨੇ ਫਿਰ ਗੁਰੂ ਸਾਹਿਬ। ਅਤੇ ਸ਼ਹਾਦਤ ਬਾਦਸ਼ਾਹ ਔਰੰਗਜ਼ੇਬ ਦੇ ਹੁਕਮਾਂ ਦੇ ਸਮਾਣਾ ਦੇ ਜਿਹੜਾ ਜਲਾਲੂਦੀਨ ਕਹਾਤੇ ਨਾਲ ਚਾਂਦਨੀ ਚੌਂਕ ਕੇ ਦਿੱਲੀ ਦਾ ਸੀਸ ਕੱਟਿਆ। ਸ਼ਹਾਦਤ ਵੇਲੇ ਸਥਾਨ 'ਤੇ ਜਿਹੜਾ ਗੁਰਦੁਆਰਾ ਬਣਿਆ, ਸਰਦਾਰ ਬਘੇਲ ਸਿੰਘ ਨੇ ਗੁਰਦੁਆਰਾ ਸ਼ੀਸ਼ਗੰਜ ਬਣਵਾਇਆ। ਅਤੇ ਇਹਨਾਂ ਦਾ ਸੁਨਸਾਨ ਸਰੀਰ ਦਾ ਅੰਤਮ ਸੰਸਕਾਰ ਕੀਤਾ ਸੀ ਲੱਖੀ ਸ਼ਾਹ ਲਵਾਣਾ ਆਪਣੀ ਝੌਂਪੜੀ 'ਚ ਕੀਤਾ, ਜਿਸ ਨੂੰ ਅੱਜ ਕੱਲ੍ਹ ਗੁਰਦੁਆਰਾ ਰਕਾਬਗੰਜ ਕਿਹਾ ਜਾਂਦਾ। ਗੁਰਦੁਆਰਾ ਰਕਾਬਗੰਜ ਕਿਹਨੂੰ ਕਿਹਾ ਜਾਂਦਾ ਹੈ? ਗੁਰੂ ਜੀ ਦਾ ਜਿੱਥੇ ਸ਼ਹਾਦਤ ਸਥਲ ਆ ਉਹ ਕਿਹੜਾ ਗੁਰਦੁਆਰਾ ਹੈ? ਉਹ ਹੈ ਸ਼ੀਸ਼ਗੰਜ। ਅਤੇ ਜਿੱਥੇ ਸੰਸਕਾਰ ਕੀਤਾ ਸੀ ਸੁਨਸਾਨ ਜਗ੍ਹਾ 'ਤੇ ਅੰਤਮ, ਉਹ ਲੱਖੀ ਸ਼ਾਹ ਲਵਾਣਾ ਨੇ ਕੀਤਾ ਸੀ ਆਪਣੀ ਝੌਂਪੜੀ 'ਚ। ਅਤੇ ਕੱਟੇ ਹੋਏ ਸਰੀਰ ਨੂੰ ਕੌਣ ਲੈ ਕੇ ਗਿਆ ਸੀ? ਉਹ ਭਾਈ ਜੈਤਾ ਜੀ ਲੈ ਕੇ ਗਏ ਸੀ, ਅਨੰਦਪੁਰ ਸਾਹਿਬ ਲੈ ਕੇ ਗਏ ਸੀ ਕੱਟੇ ਹੋਏ ਸਰੀਰ ਨੂੰ। ਜਿਹੜਾ ਕੱਟੇ ਹੋਏ ਸਰੀਰ ਦਾ ਸੰਸਕਾਰ ਕੀਤਾ ਗਿਆ ਉਹ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਕੀਤਾ ਗਿਆ ਹੈ ਅਨੰਦਪੁਰ ਸਾਹਿਬ ਦੇ ਵਿੱਚ। ਜਿਹੜੇ ਗੁਰੂ 8ਵੇਂ ਗੁਰੂ ਤੋਂ ਬਾਅਦ 10ਵੇਂ ਗੁਰੂ ਬਣੇ ਸ਼੍ਰੀ ਗੁਰੂ ਗੋਬਿੰਦ ਜੀ ਸੀ। ਅਤੇ ਜੋਤੀ ਜੋਤ ਇਹਨਾਂ 1675 ਵਿੱਚ ਚਾਂਦਨੀ ਚੌਂਕ ਦਿੱਲੀ ਵਿਖੇ। ਇਹ ਕਾਫੀ ਇੰਪੋਰਟੈਂਟ ਆ। ਗੁਰੂ ਤੇਗ ਬਹਾਦਰ ਜੀ ਸੈਕਟਰ ਲੀਡਿੰਗ ਦਾ 6 ਸੈਟ ਆਫ ਦਾ ਮੈਂਬਰ ਜਰਨੀ ਲਿਖਿਆ। ਸ਼ੀਸ਼ ਲੈ ਕੇ ਜਾ ਰਹੇ ਨੇ ਭਾਈ ਜੈਤਾ ਜੀ, ਸ਼੍ਰੀ ਗੁਰੂ ਤੇਗ ਬਹਾਦਰ ਜੀ। ਅਤੇ ਉਸ ਤੋਂ ਬਾਅਦ 10ਵੇਂ ਗੁਰੂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਗੱਲ ਕਰਾਂਗੇ ਹੁਣ ਅਸੀਂ। ਕਾਫੀ ਇੰਪੋਰਟੈਂਟ ਨੇ ਗੁਰੂ 9ਵੇਂ ਗੁਰੂ ਅਤੇ 10ਵੇਂ ਗੁਰੂ। ਅਤੇ ਪਹਿਲੇ ਗੁਰੂ ਸਾਹਿਬ, ਦੂਸਰੇ ਗੁਰੂ ਅਤੇ ਤੀਸਰੇ ਗੁਰੂ ਸਾਹਿਬ, ਇਹਨਾਂ ਨੇ ਆਪਣੇ ਜੀਵਨ ਕਾਲ ਦੇ ਵਿੱਚ ਕਿਹੜੇ ਕਿਹੜੇ ਕੰਮ ਕਰਵਾਏ, ਇਹ ਸਭ ਤੋਂ ਮਹੱਤਵਪੂਰਨ ਹੈ। ਕਿਹੜੀਆਂ ਚੀਜ਼ਾਂ ਦੀ ਸਥਾਪਨਾ ਕਰਾਈ, ਕਿਹੜੇ ਸ਼ਹਿਰ ਵਸਾਏ, ਅਤੇ ਕਿੰਨੀਆਂ ਰਚਨਾਵਾਂ ਲਿਖੀਆਂ। ਅਤੇ ਉਸ ਤੋਂ ਇਲਾਵਾ ਜਿਹੜਾ ਮੈਂ ਤੁਹਾਨੂੰ ਪਹਿਲਾਂ ਹੀ ਦੱਸ ਚੁੱਕਿਆ ਹਾਂ ਵੀ ਜਿਵੇਂ ਸੰਸਕਾਰ ਕਿਹੜੀ ਜਗ੍ਹਾ 'ਤੇ ਕੀਤਾ ਹੋਇਆ 9ਵੇਂ ਗੁਰੂ ਜੀ ਦਾ ਪਿੱਛੇ ਦੱਸ ਚੁੱਕਿਆ ਹਾਂ ਵੀ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਕਰਵਾਇਆ ਗਿਆ। ਕੱਟੇ ਹੋਏ ਸਰੀਰ ਨੂੰ ਭਾਈ ਜੈਤਾ ਜੀ ਲੈ ਕੇ ਗਏ, ਭਾਈ ਜੈਤਾ ਜੀ ਲੈ ਕੇ ਕੱਟੇ ਹੋਏ ਸਰੀਰ ਨੂੰ। ਇੱਥੇ ਫੋਟੋ ਦੇ ਵਿੱਚ, ਹਾਂ ਅਸੀਂ ਫੋਟੋ ਦੇ ਵਿੱਚ ਲਿਖਿਆ। ਉਸ ਤੋਂ ਅੱਗੇ ਅਸੀਂ ਗੱਲ ਕਰਾਂਗੇ
10ਵੇਂ ਗੁਰੂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀ। ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਇਹਨਾਂ ਦਾ ਹੋਇਆ 5 ਜਨਵਰੀ 1667। ਪ੍ਰਕਾਸ਼ ਸਥਾਨ ਪਟਨਾ ਸਾਹਿਬ। ਪਿਤਾ ਗੁਰੂ ਤੇਗ ਬਹਾਦਰ ਸਾਹਿਬ ਜੀ, ਮਾਤਾ ਗੁਜਰ ਕੌਰ ਜੀ ਅਤੇ ਵਾਈਫ ਇਹਨਾਂ ਦੇ ਮਾਤਾ ਸੁੰਦਰ ਕੌਰ ਜੀ, ਮਾਤਾ ਸਾਹਿਬ ਕੌਰ ਜੀ। ਅਤੇ ਸੰਤਾਨ ਇਹਨਾਂ ਦੇ 4 ਸਾਹਿਬਜ਼ਾਦੇ, ਬਾਬਾ ਅਜੀਤ ਸਿੰਘ ਜੀ, ਬਾਬਾ ਜੁਝਾਰ ਸਿੰਘ ਜੀ, ਬਾਬਾ ਜ਼ੋਰਾਵਰ ਸਿੰਘ ਜੀ ਅਤੇ ਬਾਬਾ ਫਤਿਹ ਸਿੰਘ ਜੀ। ਉਸ ਤੋਂ ਗੁਰਿਆਈ ਦਾ ਸਮਾਂ 24 ਨਵੰਬਰ 1675 ਨੂੰ ਮਿਲੀ ਗੁਰਗੱਦੀ ਇਹਨਾਂ ਨੂੰ, ਅਤੇ ਜੋਤੀ ਜੋਤ ਸਮਾਏ ਇਹ 21 ਅਕਤੂਬਰ 1708 ਨੂੰ। ਅਤੇ ਗੁਰਿਆਈ ਦਾ ਸਮਾਂ ਇਹਨਾਂ ਦਾ 32/10/26, 32 ਸਾਲ, ਮਤਲਬ ਇੰਨਾ ਟਾਈਮ ਰਹੇ ਗੁਰੂ ਗੋਬਿੰਦ ਸਿੰਘ ਜੀ। ਆਹ ਦੇਖੋ ਇਹਨਾਂ ਦੇ 4 ਸਾਹਿਬਜ਼ਾਦੇ, ਮਾਤਾ ਇਹਨਾਂ ਦੀ ਗੁਜਰ ਕੌਰ, ਮਾਤਾ ਗੁਜਰੀ, ਅਤੇ ਅੱਗੇ ਅੱਗੇ 4 ਸਾਹਿਬਜ਼ਾਦੇ। ਅਤੇ ਉਸ ਤੋਂ ਬਾਅਦ ਅਸੀਂ ਗੱਲ ਕਰਦੇ ਹਾਂ ਗੁਰੂ ਸਾਹਿਬ ਜੀ ਦੇ ਜੀਵਨ ਬਾਰੇ। ਗੁਰੂ ਗੋਬਿੰਦ ਸਿੰਘ ਜੀ 10ਵੇਂ ਗੁਰੂ ਸਨ। ਮਾਤਾ ਗੁਜਰ ਕੌਰ ਦੇ ਕੁੱਖੋਂ ਇਹਨਾਂ ਦਾ 22 ਦਸੰਬਰ 1666 ਈਸਵੀ ਨੂੰ ਪਟਨਾ, ਜੋ ਕਿ ਅੱਜ ਕੱਲ੍ਹ ਬਿਹਾਰ 'ਚ, ਉੱਥੇ ਜਨਮ ਹੋਇਆ ਸੀ। ਗੁਰੂ ਜੀ ਉਸ ਟਾਈਮ 9 ਸਾਲ ਦੀ ਸੀ ਜਦੋਂ ਗੁਰੂ ਤੇਗ ਬਹਾਦਰ ਜੀ ਸ਼ਹਾਦਤ ਪ੍ਰਾਪਤ ਕਰ ਗਏ ਸੀ। ਅਤੇ ਉਸ ਤੋਂ ਬਾਅਦ ਗੁਰੂ ਜੀ ਨੇ ਆਪਣੇ ਮਿਸ਼ਨ ਪੂਰਾ ਕੀਤਾ ਜੋ ਕਿ ਉਹਨਾਂ ਦਾ ਸੁਪਨਾ ਸੀ। ਅਤੇ ਉਹ ਜਿਹੜੇ ਗੁਰੂ ਸਾਹਿਬ ਸੀ 8ਵੇਂ, ਉਹ ਤੁਹਾਨੂੰ ਦੱਸਣਾ ਇੱਕ ਖਾਸ ਗੱਲ ਦੱਸ ਰਿਹਾ ਕਿ ਉਸ ਸਮੇਂ ਗੁਰੂ ਜੀ 9 ਸਾਲ ਦੇ ਸੀ ਅਤੇ ਉਸ ਸਮੇਂ ਹਿੰਦੂਆਂ 'ਤੇ ਬਹੁਤ ਜ਼ਿਆਦਾ ਅਤਿਆਚਾਰ ਹੋ ਰਹੇ ਸੀ। ਅਤੇ ਉਹਨਾਂ ਨੇ ਕਿਹਾ ਵੀ ਜਦੋਂ ਉਹਨਾਂ ਦੀ ਕਚਹਿਰੀ ਦੇ ਵਿੱਚ ਹਿੰਦੂ ਪਹੁੰਚੇ ਅਤੇ ਕਿਹਾ ਕਿ ਗੁਰੂ ਸਾਹਿਬ ਸਾਨੂੰ ਔਰੰਗਜ਼ੇਬ ਬਹੁਤ ਤੰਗ ਕਰ ਰਿਹਾ, ਤਾਂ ਗੁਰੂ ਸਾਹਿਬ ਨੇ ਕਿਹਾ ਕਿਸੇ ਨੂੰ ਸ਼ਹਾਦਤ ਦੇਣੀ ਪਵੇਗੀ। ਤਾਂ ਉਸ ਸਮੇਂ ਗੁਰੂ ਗੋਬਿੰਦ ਸਿੰਘ ਜੀ ਜੋ ਸੀ ਉਹ 9 ਸਾਲ ਦੇ ਸੀ। ਉਹਨਾਂ ਨੇ ਕਿਹਾ ਵੀ ਪਿਤਾ ਜੀ, ਤੁਹਾਡੇ ਤੋਂ ਵੱਡਾ ਸ਼ਹਾਦਤ 'ਤੇ ਕੌਣ ਦੇ ਸਕਦਾ, ਤੁਹਾਡੇ ਤੋਂ ਵੱਡਾ ਬਲਿਦਾਨੀ ਕੌਣ ਹੋਵੇਗਾ ਇਸ ਦੁਨੀਆ ਦੇ ਉੱਪਰ। ਤਾਂ ਗੁਰੂ ਜੀ ਕਾਫੀ ਖੁਸ਼ ਹੋਏ, ਇਹਨਾਂ ਦੀ ਗੱਲਾਂ ਤੋਂ ਕਾਫੀ ਪ੍ਰਭਾਵਿਤ ਹੋਏ ਵੀ ਇਹਨਾਂ ਦੇ ਵਿੱਚ ਕਿਤੇ ਨਾ ਕਿਤੇ ਬਹੁਤ ਜ਼ਿਆਦਾ ਉੱਚ ਕੋਟੀ ਦੇ ਵਿਦਵਾਨਾਂ ਵਾਲੇ ਗੁਣ ਨੇ, ਇਹ ਬਹੁਤ ਜ਼ਿਆਦਾ ਰੱਬੀ ਰੂਹ ਨੇ, ਪਰਮਾਤਮਾ ਨੂੰ ਮੰਨਣ ਵਾਲੇ ਨੇ। ਤਾਂ ਫਿਰ ਗੁਰੂ ਸਾਹਿਬ ਜੀ ਨੇ ਇਹਨਾਂ ਨੂੰ ਅੱਗੇ 10ਵੇਂ ਗੁਰੂ ਬਣਾਉਣ ਦੇ ਲਈ ਨਿਰਣੈ ਕੀਤਾ। ਅਤੇ ਉਸ ਤੋਂ ਬਾਅਦ ਅਸੀਂ ਗੱਲ ਕਰ ਰਹੇ ਸੀ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਕਾਲ ਦੀ, ਅਤੇ ਉਹਨਾਂ ਨੇ ਕੀ ਕਾਰਜ ਕਰਵਾਏ ਅਤੇ ਅੱਗੇ ਜਾ ਕੇ ਕੀ ਕੰਮ ਸ਼ੁਰੂ ਜੋ ਕੀਤੇ ਹੋਏ ਸੀ ਉਹ ਪੂਰਨ ਕਰਵਾਏ। ਅਤੇ ਉਹਨਾਂ ਨੇ ਅਨੰਦਪੁਰ ਸਾਹਿਬ ਤੋਂ ਨਾਹਨ ਨੂੰ ਵੱਲ ਜਾਣ ਦਾ ਵਿਚਾਰ ਬਣਾਇਆ। ਤਾਂ ਉਹਨਾਂ ਨੇ ਸ਼ਿਵਾਲਿਕ ਦੀਆਂ ਪਹਾੜੀਆਂ ਦੇ ਵਿਚਕਾਰ ਪਾਉਂਟਾ ਸਾਹਿਬ ਦੀ ਨੀਂਹ ਰੱਖੀ ਸੀ। ਅਤੇ ਇਹੀ ਜਗ੍ਹਾ ਦੇ ਉੱਤੇ ਉਹਨੇ ਸੰਸਕ੍ਰਿਤ ਅਤੇ ਫਾਰਸੀ ਭਾਸ਼ਾਵਾਂ ਦਾ ਗਿਆਨ ਪ੍ਰਾਪਤ ਕੀਤਾ। ਪਟਨਾ ਵਿੱਚ ਰਹਿੰਦੇ ਹੋਏ ਉਹਨਾਂ ਨੇ ਹਿੰਦੀ, ਪੰਜਾਬੀ ਭਾਸ਼ਾ ਵਿੱਚ ਕਾਫੀ ਜ਼ਿਆਦਾ ਮੁਹਾਰਤ ਹਾਸਲ ਕੀਤੀ। ਉਸ ਤੋਂ ਬਾਅਦ ਉਹਨਾਂ ਨੇ 4 ਭਾਸ਼ਾਵਾਂ ਵਿੱਚ ਕਾਵਿ ਰਚਨਾ ਵੀ ਕੀਤੀ ਗੁਰੂ ਸਾਹਿਬ ਨੇ, 10ਵੇਂ ਗੁਰੂ ਜੀ ਨੇ। ਉਸ ਤੋਂ ਬਾਅਦ ਖਾਲਸੇ ਦਾ ਜਨਮ ਹੁੰਦਾ ਹੈ। ਅਤੇ ਇਸ ਤੋਂ ਪਹਿਲਾਂ ਗੁਰੂ ਜੀ ਨੇ 1684 ਈਸਵੀ ਵਿੱਚ ਪਹਿਲੀ ਰਚਨਾ ਵਾਰ ਸ਼੍ਰੀ ਭਗਵਤੀ ਜੀ ਕੀ ਰਚਨਾ ਕੀਤੀ। ਅਤੇ ਉਹਨਾਂ ਨੇ ਇੱਕ ਅਦਭੁਤੀ ਵਿਲੱਖਣ ਰਚਨਾ ਸਵੈਮ ਜੀਵਨੀ ਵਿਚਿੱਤਰ ਨਾਟਕ ਰਚਨਾ ਕੀਤੀ। ਅਕਾਲ ਉਸਤਤ ਲਿਖੀ ਉਹਨਾਂ ਨੇ, ਚੰਡੀ ਦੀ ਵਾਰ ਲਿਖੀ। ਉਹਨਾਂ ਦੀਆਂ ਮਹੱਤਵਪੂਰਨ ਰਚਨਾਵਾਂ ਨੇ। ਕਈ ਵਾਰ ਪੇਪਰ ਦੇ ਵਿੱਚ ਇਹ ਵੀ ਇਸ ਬਾਰੇ ਕੁਐਸਚਨ ਆਉਂਦਾ ਹੈ ਕਿ ਬਚਿੱਤਰ ਨਾਟਕ ਕਿਹਨਾਂ ਦੀ ਸਵੈਂ ਜੀਵਨੀ ਹੈ। ਉਹ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਸਵੈਂ ਜੀਵਨੀ ਦਾ ਨਾਮ ਬਚਿੱਤਰ ਨਾਟਕ ਹੈ। ਅਕਾਲ ਉਸਤਤ, ਚੰਡੀ ਦੀ ਵਾਰ ਇਹਨਾਂ ਦੀਆਂ ਕਾਫੀ ਮਹੱਤਵਪੂਰਨ ਫੇਮਸ ਰਚਨਾਵਾਂ ਨੇ। 1698 ਵਿੱਚ ਇਹਨਾਂ ਨੇ ਮਸੰਦ ਪ੍ਰਥਾ ਨੂੰ ਖਤਮ ਕਰ ਦਿੱਤਾ। ਮਸੰਦ ਪ੍ਰਥਾ ਚੱਲਦੀ ਸੀ ਜੋ ਪਿੱਛੇ, ਉਹਨੂੰ ਖਤਮ ਕਰ ਦਿੱਤਾ। ਅਤੇ ਖਾਲਸੇ ਦਾ ਜਨਮ ਹੁੰਦਾ ਹੈ 30 ਮਾਰਚ 1699 ਨੂੰ। ਇਹ ਕੁਐਸਚਨ ਕਾਫੀ ਇੰਪੋਰਟੈਂਟ ਹੈ। ਖਾਲਸੇ ਪੰਥ ਦੀ ਸਥਾਪਨਾ ਕਦੋਂ ਹੋਈ? ਵਿਸਾਖੀ ਦਾ ਇਤਿਹਾਸ। ਖਾਲਸੇ ਪੰਥ ਦੀ ਸਥਾਪਨਾ, ਖਾਲਸਾ ਪੰਥ ਦੀ ਸਥਾਪਨਾ ਹੁੰਦੀ ਹੈ, ਇਹ ਟਾਈਮ ਤੁਸੀਂ ਬਿਲਕੁਲ ਯਾਦ ਰੱਖਣਾ, 30 ਮਾਰਚ 1699। 30 ਮਾਰਚ 1699 ਨੂੰ, 30 ਮਾਰਚ 1699, 30 ਮਾਰਚ ਮਾਰਚ 1699 ਨੂੰ ਖਾਲਸਾ ਪੰਥ ਦੀ ਸਥਾਪਨਾ ਹੁੰਦੀ ਹੈ, ਵਿਸਾਖੀ ਵਾਲੇ ਦਿਨ। ਵਿਸਾਖੀ ਦਾ ਇਹ ਫੋਟੋ ਦੇ ਵਿੱਚ ਲਿਖਿਆ ਵਿਸਾਖੀ ਦਾ ਸਮਾਂ ਸੀ, ਉਸ ਟਾਈਮ ਫੈਸਟੀਵਲ ਸੀ ਵਿਸਾਖੀ ਦਾ, ਜਦੋਂ ਖਾਲਸਾ ਪੰਥ ਦੀ ਸਥਾਪਨਾ ਹੋਈ। ਅਤੇ ਇਸ ਤੋਂ ਬਾਅਦ ਇਹਨਾਂ ਨੇ ਜਦੋਂ ਸੰਗਤਾਂ ਇਕੱਠੀਆਂ ਹੋਈ ਸੀ ਵਿਸਾਖੀ ਦਾ ਤਿਉਹਾਰ ਮਨਾਉਣ ਲਈ, ਤਾਂ ਗੁਰੂ ਸਾਹਿਬ ਨੇ ਸੰਗਤਾਂ ਨੂੰ ਇਹ ਸੁਨੇਹਾ ਲਾਇਆ ਸੀ ਕਿ ਜੋ ਵੀ ਮੇਲੇ ਵਿੱਚ ਆ ਸਕਦੇ ਹੋ ਜ਼ਰੂਰ ਹਾਜ਼ਰ ਹੋਵੋ। ਅਤੇ ਉਸ ਤੋਂ ਬਾਅਦ ਇਹਨਾਂ ਨੇ ਅੱਗੇ 5 ਪਿਆਰਿਆਂ ਦੀ ਚੋਣ ਕਰਨੀ ਸੀ, ਉਹ ਵੀ ਕਾਫੀ ਅਹਿਮ ਕਹਾਣੀ ਹੈ। ਅਤੇ ਉਹਨਾਂ ਵਿੱਚ 5 ਮੈਂ ਤੁਹਾਨੂੰ ਸ਼ਾਰਟ ਹੀ ਦੱਸ ਰਿਹਾ, ਪੇਪਰ ਦੇ ਵਿੱਚ ਨਾਮ ਹੀ ਦੱਸਾਂਗਾ ਕਿ ਗੁਰੂ ਜੀ ਨੇ ਅੰਮ੍ਰਿਤ ਬਾਣੀ ਪੜ੍ਹਦੇ ਹੋਏ ਖੰਡੇ ਨਾਲ ਪਹਿਲਾਂ ਉਹਨੂੰ ਅੰਮ੍ਰਿਤ ਛਕਾਇਆ। ਅਤੇ ਉਹਨਾਂ ਦੇ 5 ਪਿਆਰਿਆਂ ਦੇ ਨਾਮ ਸੀ ਭਾਈ ਦਇਆ ਰਾਮ ਜੀ, ਦੂਸਰੇ ਸੀ ਧਰਮਦਾਸ, ਤੀਸਰੇ ਸੀ ਮੋਹਕਮ ਚੰਦ ਜੀ, ਚੌਥੇ ਸੀ ਸਾਹਿਬ ਚੰਦ, 5ਵੇਂ ਸੀ ਹਿੰਮਤ ਰਾਏ। ਜਿਹੜੇ ਦਇਆ ਰਾਮ ਜੀ ਸੀ ਉਹ ਲਾਹੌਰ ਤੋਂ ਇੱਕ ਖੱਤਰੀ ਸੀ। ਅਤੇ ਦੂਸਰੇ 5 ਪਿਆਰਿਆਂ ਦੇ ਵਿੱਚ ਦੂਸਰੇ ਸਨ ਧਰਮਦਾਸ ਦਿੱਲੀ ਤੋਂ, ਅਤੇ ਤੀਸਰੇ ਸਨ ਮੋਹਕਮ ਚੰਦ ਦਵਾਰਕਾ ਗੁਜਰਾਤ ਤੋਂ,
ਤੇ ਚੌਥੇ ਸਨ ਸਾਹਿਬਚੰਦ ਬਿੱਦਰ ਕਰਨਾਟਕਾ ਤੋਂ, ਇੱਕ ਨਾਈ, ਤੇ ਹਿੰਮਤ ਰਾਏ, ਭਾਈ ਹਿੰਮਤ ਸਿੰਘ ਜਗਨਨਾਥ ਉੜੀਸਾ ਤੋਂ, ਇੱਕ ਮਸ਼ਕੀ। ਤੇ ਉਸ ਤੋਂ ਬਾਅਦ ਗੁਰੂ ਜੀ ਨੇ ਕਿਹਾ 5 ਕੱਕੇ ਖਾਲਸੇ ਨੂੰ 5 ਕੱਕੇ ਬਖਸ਼ੇ। 5 ਕੱਕੇ ਕਿਹੜੇ ਸੀ? ਕੇਸ, ਕੰਘਾ, ਕੜਾ, ਕਛਹਿਰਾ ਤੇ ਕਿਰਪਾਨ। 5 ਕਕਾਰ ਪੁੱਛ ਸਕਦੇ ਕਈ ਵਾਰ ਪੇਪਰਾਂ ਦੇ ਵਿੱਚ। ਗੁਰੂ ਗੋਬਿੰਦ ਸਿੰਘ ਜੀ ਦੁਆਰਾ ਲੜੀਆਂ ਗਈਆਂ ਲੜਾਈਆਂ, ਇਹਨਾਂ ਨੇ ਕਿਹੜੀਆਂ ਲੜਾਈਆਂ ਲੜੀਆਂ ਗੁਰੂ ਸਾਹਿਬ ਨੇ? ਗੁਰੂ ਸਾਹਿਬ ਨੇ 1675 ਵਿੱਚ ਗੁਰਗੱਦੀ ਜਦੋਂ ਸੰਭਾਲੀ ਅਤੇ ਉਸ ਤੋਂ ਬਾਅਦ ਉਹ 9 ਸਾਲ ਦੇ ਸੀ, ਤੁਹਾਨੂੰ ਪਹਿਲਾਂ ਪਿੱਛੇ ਦੱਸ ਚੁੱਕਿਆ। ਉਸ ਤੋਂ ਬਾਅਦ ਮੁਗਲਾਂ ਦੇ ਪਹਾੜੀ ਰਾਜਿਆਂ ਕਈ ਲੜਾਈਆਂ ਲੜਨੀਆਂ ਪਈਆਂ, ਉਹਨਾਂ ਵਿੱਚੋਂ ਖਾਲਸਾ ਪੰਥ ਦੀ ਸਾਜਨਾ ਤੋਂ ਪਹਿਲਾਂ ਦੀ ਲੜਾਈਆਂ 1675 ਤੋਂ 1699, 1675 ਤੋਂ 1699 ਜਿਹੜੀ ਲੜਾਈ ਸੀ ਨਾ ਖਾਲਸਾ, ਪ੍ਰੀ ਖਾਲਸਾ ਤੇ ਪੋਸਟ ਖਾਲਸਾ, ਇਹਨਾਂ ਨੂੰ 2 ਭਾਗਾਂ ਦੇ ਵਿੱਚ ਵੰਡ ਦਿੰਦੇ ਆ। ਬੈਟਲ ਆਫ ਪ੍ਰੀ ਖਾਲਸਾ 1675 ਤੋਂ 1699, 1675 ਤੋਂ 1675 ਤੋਂ 1699, 1699 ਦੇ ਵਿੱਚ ਲੜੀਆਂ ਗਈਆਂ ਪ੍ਰੀ ਖਾਲਸਾ। ਖਾਲਸਾ ਪੰਥ ਦੀ ਸਾਜਨਾ ਤੋਂ ਪਹਿਲਾਂ ਲੜਾਈ ਸੀ, ਖਾਲਸਾ ਪੰਥ ਦੀ ਸਾਜਨਾ ਤੋਂ ਪਹਿਲਾਂ ਲੜਾਈਆਂ ਲੜੀਆਂ ਗਈਆਂ। ਪਹਿਲੀ ਸੀ ਉਹ ਭੰਗਾਣੀ ਦੀ ਲੜਾਈ, ਅਤੇ ਉਹ ਲੜੀ ਗਈ ਸੀ ਦਰਿਆਈ ਕੰਢੇ 'ਤੇ ਪਾਉਂਟਾ ਸਾਹਿਬ ਤੋਂ 10 ਕਿਲੋਮੀਟਰ ਦੂਰ। ਅਤੇ ਉਸ ਤੋਂ ਬਾਅਦ ਸੈਕਿੰਡ ਸੀ ਨਦੌਣ ਦੀ ਲੜਾਈ, ਜੋ ਕਿ ਨਦੌਣ ਦੀ ਲੜਾਈ 1690 ਦੇ ਵਿੱਚ ਲੜੀ ਗਈ ਸੀ ਨਦੌਣ ਦੀ। ਅਤੇ ਉਸ ਤੋਂ ਬਾਅਦ ਇਹ 2 ਲੜਾਈਆਂ ਲੜੀਆਂ ਗਈਆਂ। ਉਸ ਤੋਂ ਬਾਅਦ ਖਾਲਸਾ ਪੰਥ ਦੀ ਸਥਾਪਨਾ ਤੋਂ ਸਾਜਨਾ ਤੋਂ ਬਾਅਦ ਜਦੋਂ ਖਾਲਸਾ ਪੰਥ ਬਣ ਚੁੱਕਿਆ ਉਦੋਂ ਲੜੀਆਂ ਗਈਆਂ 2 ਲੜਾਈਆਂ। ਅਤੇ ਉਹ ਲੜਾਈਆਂ ਕਿਹੜੀਆਂ ਲੜੀਆਂ ਗਈਆਂ? ਉਹਨਾਂ ਦੇ ਵਿੱਚੋਂ ਸਭ ਤੋਂ ਪਹਿਲੇ ਹੈ, ਟਾਈਮ ਲਿਖ ਦੇਣਾ ਪਹਿਲਾਂ, 1699 ਤੋਂ 1708 ਤੱਕ ਲੜੀਆਂ ਗਈਆਂ। ਇਹ ਲੜਾਈਆਂ ਦੇ ਵਿੱਚੋਂ ਸਭ ਤੋਂ ਪਹਿਲਾਂ ਸੀ, ਇਹ ਟਾਈਮ ਹੈ ਉਸ ਅਨੰਦਪੁਰ ਸਾਹਿਬ ਦੀ ਲੜਾਈ 1701 'ਚ ਲੜੀ ਗਈ ਖਾਲਸਾ ਪੰਥ ਦੀ ਸਥਾਪਨਾ ਤੋਂ 2 ਸਾਲ ਮਗਰੋਂ। ਅਤੇ ਰਾਜਾ ਭੀਮ ਚੰਦ ਅਤੇ ਪਹਾੜੀ ਰਾਜਿਆਂ ਦੇ ਵਿਚਕਾਰ ਲੜੇ ਸੀ ਇਹ ਗੁਰੂ ਸਾਹਿਬ। ਸਿੱਖਾਂ ਨੇ ਡਟ ਕੇ ਮੁਕਾਬਲਾ ਕੀਤਾ ਉਹਨਾਂ ਦਾ, ਪਹਾੜੀ ਰਾਜਿਆਂ ਦਾ। ਅਤੇ ਉਸ ਤੋਂ ਬਾਅਦ ਲੜੀ ਗਈ 1702 ਦੇ ਵਿੱਚ, 1702 ਦੇ ਵਿੱਚ ਲੜੀ ਗਈ ਨਰਮੋਹ ਦੀ ਲੜਾਈ। 1702 ਦੇ ਵਿੱਚ ਲੜੀ ਗਈ ਨਰਮੋਹ ਦੀ ਲੜਾਈ, ਨਰਮੋਹ ਦੀ ਜਗ੍ਹਾ 'ਤੇ। ਉਸ ਤੋਂ ਬਾਅਦ ਲੜੀ ਗਈ ਬਸੌਲੀ ਦੀ ਲੜਾਈ, ਬਸੌਲੀ ਦੀ ਲੜਾਈ ਲੜੀ ਗਈ 1702 ਦੇ ਵਿੱਚ। ਅਤੇ ਉਸ ਤੋਂ ਬਾਅਦ ਬਸੌਲੀ ਤੋਂ ਬਾਅਦ ਅੱਜ ਗੱਲ ਕਰਦੇ ਹਾਂ ਚੌਥੀ ਲੜਾਈ 1704 ਦੇ ਵਿੱਚ ਅਨੰਦਪੁਰ ਸਾਹਿਬ। 1704 ਦੇ ਵਿੱਚ ਅਨੰਦਪੁਰ ਸਾਹਿਬ ਦੇ ਵਿੱਚ ਲੜੀ ਗਈ ਸ਼ਾਹੀ ਟਿੱਬੀ ਦੀ ਲੜਾਈ 1704 ਦੇ ਵਿੱਚ, 1704 ਦੇ ਵਿੱਚ ਸ਼ਾਹੀ ਟਿੱਬੀ ਦੀ ਲੜਾਈ। ਅਤੇ ਉਸ ਤੋਂ ਬਾਅਦ ਚਮਕੌਰ ਸਾਹਿਬ ਦੀ ਲੜਾਈ 1704 ਦੇ ਵਿੱਚ ਹੀ ਇਹ ਲੜੀ ਗਈ, 1704 ਦੇ ਵਿੱਚ ਹੀ ਚਮਕੌਰ ਦੀ ਲੜਾਈ। 7ਵੀਂ ਲੜਾਈ ਆ ਜਾਂਦੀ ਹੈ ਖਿਦਰਾਣੇ ਦੀ ਲੜਾਈ, ਮਾਛੀਵਾੜੇ ਦੇ ਜੰਗਲਾਂ 'ਚ ਹੋਈ ਸੀ ਖਿਦਰਾਣੇ ਦੀ ਲੜਾਈ। 1705 ਵਿੱਚ ਮਾਛੀਵਾੜੇ ਜੰਗਲਾਂ ਵਿੱਚੋਂ ਹੁੰਦੇ ਹੋਏ 29 ਦਸੰਬਰ 1705 ਨੂੰ ਮੁਗਲਾਂ ਵਿਰੁੱਧ ਇਹ ਆਖਰੀ ਜੰਗ ਹੋਈ ਸੀ। ਇਹ ਜੰਗ ਦੇ ਵਿੱਚ ਸਿੱਖਾਂ ਨੇ ਮੁਗਲਾਂ ਨੂੰ ਹਰਾ ਕੇ ਸ਼ਾਨਦਾਰ ਜਿੱਤ ਪ੍ਰਾਪਤ ਕੀਤੀ ਸੀ। ਇਹ ਜੰਗ ਦੇ ਵਿੱਚ ਗੁਰੂ ਜੀ ਦੇ 40 ਮੁਕਤੇ ਸ਼ਹੀਦ ਹੋ ਗਏ ਸਨ। ਖਿਦਰਾਣੇ ਦੀ ਢਾਬ ਵੀ ਕਿਹਾ ਜਾਂਦਾ, ਪੇਪਰ 'ਚ ਆਇਆ ਕੁਐਸਚਨ ਇੱਕ ਵਾਰ। ਖਿਦਰਾਣੇ ਦੀ ਢਾਬ, ਇੱਥੇ 40 ਮੁਕਤੇ ਨੂੰ ਸ਼ਹੀਦ ਕੀਤਾ ਸੀ, ਉਹਨਾਂ ਨੂੰ 40 ਮੁਕਤੇ ਕਿਹਾ ਸੀ, 40 ਸਿੱਖ ਸੀ, 40 ਮੁਕਤੇ ਵੀ ਕਹਿੰਦੇ ਉਹਨਾਂ ਨੂੰ। ਖਿਦਰਾਣੇ ਦੀ ਢਾਬ 'ਤੇ ਹੋਏ ਸੀ, 40 ਮੁਕਤਿਆਂ ਦੇ ਨਾਮ ਨਾਲ ਇਹਦੇ 'ਚ ਯਾਦ ਕੀਤਾ ਜਾਂਦਾ ਹੈ। ਅਤੇ ਉਸ ਤੋਂ ਬਾਅਦ ਅਸੀਂ ਗੱਲ ਕਰ ਲਵਾਂਗੇ ਕੁਝ ਸਮਾਂ ਗੁਰੂ ਜੀ ਇੱਥੇ ਖਿਦਰਾਣੇ ਤੋਂ ਬਤੀਤ ਕਰਨ ਤੋਂ ਬਾਅਦ ਗੁਰੂ ਜੀ ਤਲਵੰਡੀ ਸਾਬੋ ਚਲੇ ਗਏ ਸੀ, ਦਮਦਮਾ ਸਾਹਿਬ ਕਹਿੰਦੇ ਆ ਉਹਨੂੰ। ਅਤੇ ਇੱਥੇ ਇੱਕ ਬਰਾੜ ਸਿੱਖ ਡੱਲਾ ਦੇ ਸੱਦੇ 'ਤੇ ਗਏ ਸੀ ਗੁਰੂ ਸਾਹਿਬ ਨੇ ਇੱਥੇ 9 ਮਹੀਨੇ ਰਹੇ। ਇੱਥੇ ਗੁਰੂ ਜੀ ਨੇ ਸਿੱਖ ਗ੍ਰੰਥ ਨੂੰ ਨਵਾਂ ਰੂਪ ਦੇ ਕੇ 10ਵਾਂ ਗ੍ਰੰਥ ਲਿਖਿਆ ਸੀ, ਆਦਿ ਗ੍ਰੰਥ ਤੋਂ ਵੱਖਰਾ ਤਿਆਰ ਕੀਤਾ ਸੀ। ਦਮਦਮਾ ਸਾਹਿਬ ਗੁਰੂ ਕੀ ਕਾਸ਼ੀ, ਤਲਵੰਡੀ ਸਾਬੋ ਜਿਹੜੀ ਕਿ ਅੱਜ ਕੱਲ੍ਹ ਜਗ੍ਹਾ ਹੈ। ਅਤੇ ਫਿਰ ਇਹਨਾਂ ਨੇ ਗੁਰੂ ਜੀ ਨੇ ਇੱਥੇ ਮੁਗਲ ਰਾਜੇ ਔਰੰਗਜ਼ੇਬ ਨੂੰ ਮਿਲਣ ਖਾਤਰ ਤਲਵੰਡੀ ਸਾਬੋ ਛੱਡ ਦਿੱਤਾ। ਫਿਰ ਇਹਨਾਂ ਨੇ ਰਾਜਸਥਾਨ ਵਿਖੇ ਭਗੌਰ ਪਹੁੰਚੇ। ਫਿਰ ਉਸ ਤੋਂ ਬਾਅਦ ਗੁਰੂ ਸਾਹਿਬ 1707 'ਚ ਔਰੰਗਜ਼ੇਬ ਦੀ ਮੌਤ ਦੀ ਖਬਰ ਮਿਲੀ ਅਤੇ ਗੁਰੂ ਜੀ ਦਿੱਲੀ ਰਸਤੇ ਮੁੜ ਪੰਜਾਬ ਆਉਣ ਦਾ ਫੈਸਲਾ ਕਰਕੇ ਔਰੰਗਜ਼ੇਬ ਦੀ ਮੌਤ ਤੋਂ ਬਾਅਦ ਗੁਰੂ ਜੀ ਦੇ ਪੁੱਤਰਾਂ ਵਿੱਚ ਰਾਜਗੱਦੀ ਨੂੰ ਲੈ ਕੇ ਤਣਾਅ ਹੋਇਆ। ਗੁਰੂ ਸਾਹਿਬ ਸਭ ਤੋਂ ਵੱਡੇ ਵਾਰਸ ਬਹਾਦਰ ਸ਼ਾਹ ਨੂੰ ਗੁਰੂ ਜੀ ਦੇ ਸਿਪਾਹੀਆਂ ਦਾ ਜੱਥਾ ਭੇਜ ਕੇ ਸਹਾਇਤਾ ਭੇਜੀ। ਫਿਰ ਗੁਰੂ ਸਾਹਿਬ 1707 ਨੂੰ ਜੁਝਾਊ ਦੀ ਲੜਾਈ ਲੜੀ। 1707 ਦੇ ਵਿੱਚ ਜੁਝਾਊ ਦੀ ਲੜਾਈ ਵੀ ਮਹੱਤਵਪੂਰਨ ਹੈ ਜੰਗ ਦੇ ਵਿੱਚ। ਅਤੇ ਇਸ ਤੋਂ ਬਾਅਦ
ਪਠਾਣਾ ਨੇ ਗੁਰੂ ਸਾਹਿਬ ਦੱਖਣ ਨੂੰ ਵੱਲ ਚਲੇ ਗਏ ਅਤੇ ਉਹਨਾਂ ਨੇ ਨੰਦੇੜ ਪਹੁੰਚੇ। ਉੱਥੇ ਮਾਧੋ ਦਾਸ ਬਰਾਗੀ ਦੀ ਕਾਇਆ ਕਲਪ ਕਰਕੇ ਉਸ ਨੂੰ ਵਜ਼ੀਰ ਖਾਂ ਨੂੰ ਸਜ਼ਾ ਦੇਣ ਲਈ ਭੇਜਿਆ। ਫਿਰ ਗੁਰੂ ਸਾਹਿਬ ਉੱਥੇ ਮਿਲਦੇ ਨੇ ਮਾਧੋ ਦਾਸ ਬਰਾਗੀ, ਜਿਹਦਾ ਪਹਿਲਾ ਨਾਮ ਆ ਲਛਮਣ ਦੇਵ ਸੀ। ਬੰਦਾ ਸਿੰਘ ਬਹਾਦਰ ਦੀ ਗੱਲ ਕਰ ਰਿਹਾ ਹੁਣ ਮੈਂ, ਹਾਂ ਬਿਲਕੁਲ ਸਹੀ, ਬੰਦਾ ਸਿੰਘ ਬਹਾਦਰ ਦੀ ਕਰ ਰਿਹਾ। ਤੁਹਾਡਾ ਅੰਦਾਜ਼ਾ ਬਿਲਕੁਲ ਸਹੀ ਹੈ ਸਟੂਡੈਂਟਸ। ਵੀ ਮੈਂ ਗੱਲ ਗੁਰੂ ਗੋਬਿੰਦ ਸਿੰਘ ਜੀ ਤੋਂ ਬਾਅਦ ਬਾਬਾ ਬੰਦਾ ਬਹਾਦਰ ਜੀ ਦੀ ਕਰ ਰਿਹਾ। ਵੀ ਬੰਦਾ ਸਿੰਘ ਬਹਾਦਰ ਸੀ ਜੋ ਉਹਨੂੰ ਗੁਰੂ ਜੀ ਨੇ ਉਹਨੂੰ ਮਿਲੇ ਸੀਗੇ ਨੰਦੇੜ ਤੋਂ ਅੱਗੇ, ਮਤਲਬ ਉੱਥੇ ਕੁਟੀਆ ਸੀ ਉਹਨਾਂ ਦੀ, ਅਤੇ ਉਹ ਉਹਨਾਂ ਦਾ ਜਨਮ ਸਥਾਨ ਦਾ ਪੁੰਛ ਜ਼ਿਲ੍ਹਾ ਰਜੌਰੀ ਦੇ ਵਿੱਚ ਹੋਇਆ ਸੀ। ਅਤੇ ਗੁਰੂ ਜੀ ਉੱਥੇ ਪਹੁੰਚੇ ਸੀ ਉਹਨੂੰ ਮਿਲਣ ਦੇ ਲਈ, ਅਤੇ ਉਹਨਾਂ ਨੇ ਕਾਫੀ ਕਰਾਮਾਤਾਂ ਕਰਕੇ ਗੁਰੂ ਜੀ ਨੂੰ ਧਿਆਨ ਭਟਕਾਉਣ ਦੀ ਕੋਸ਼ਿਸ਼ ਕੀਤੀ। ਫਿਰ ਗੁਰੂ ਸਾਹਿਬ ਨੇ ਉਹਨਾਂ ਨੂੰ ਇੱਕ ਵਚਨ ਕੀਤੇ ਸੀ, ਮੈਂ ਤੁਹਾਨੂੰ ਦੱਸੂੰਗਾ ਅੱਗੇ। ਇੱਕ ਸਟੋਰੀ ਹੈ ਕਾਫੀ ਮਹੱਤਵਪੂਰਨ, ਇੰਟਰਸਟਿੰਗ ਆ। ਅਤੇ ਇੱਕ ਮੈਂ ਗੱਲ ਹੋਰ ਵਿਚਕਾਰ ਰਹਿ ਗਈ ਤੁਹਾਨੂੰ ਦੱਸਣੀ ਚਾਹੁੰਦਾ। ਤਸਵੀਰ ਦੇ ਵਿੱਚ ਦੇਖ ਸਕਦੇ ਹੋ ਗੁਰੂ ਜੀ ਦੇ ਕੋਲ ਇੱਕ ਨਾ ਇੱਧਰਲੀ ਸਾਈਡ 'ਤੇ ਬਾਂਹ ਦੇ ਉੱਪਰ ਬਾਜ ਬੈਠਾ। ਬਾਜ ਦਾ ਕੀ ਗੁਣ ਹੁੰਦਾ ਹੈ? ਬਾਜ ਦਾ ਗੁਣ ਹੁੰਦਾ ਹੈ, ਤਸਵੀਰ ਦੇ ਵਿੱਚ ਦੱਸਿਆ ਗਿਆ, ਬਾਜ ਦੀ ਫਿਤਰਤ ਗੁਲਾਮੀ ਨਹੀਂ ਹੁੰਦੀ, ਬਾਜ ਨੂੰ ਕਦੇ ਗੁਲਾਮ ਨਹੀਂ ਰੱਖ ਸਕਦੇ, ਕਿਉਂਕਿ ਬਾਜ ਪਿੰਜਰਾ ਤੋੜ ਦੇਗਾ ਜਾਂ ਮਰ ਜਾਏਗਾ। ਸੈਕਿੰਡ ਹੈ, ਬਾਜ ਕਿਸੇ ਦਾ ਕੀਤਾ ਸ਼ਿਕਾਰ ਨਹੀਂ ਖਾਂਦਾ। ਤੀਜਾ, ਬਾਜ ਉਚਾਈ 'ਤੇ ਉੱਡਦਾ ਪਰ ਇੰਨੀ ਉੱਚੀ ਉੱਡਣ ਦੇ ਬਾਵਜੂਦ ਉਸਦੀ ਨਜ਼ਰ ਜ਼ਮੀਨ 'ਤੇ ਹੁੰਦੀ ਹੈ। ਬਾਜ ਕਦੇ ਆਲਸੀ ਨਹੀਂ ਹੁੰਦਾ, ਹਮੇਸ਼ਾ ਚੁਸਤ ਰਹਿੰਦਾ ਹੈ। ਪੰਜਵਾਂ, ਬਾਜ ਕਦੇ ਵੀ ਹੋਰ ਪੰਛੀ ਵਾਂਗ ਬਹਾ ਦੇ ਨਹੀਂ ਉੱਡਦਾ, ਹਵਾ ਦੇ ਉਲਟ ਉਡਾਨ ਭਰਦਾ ਹੈ। ਛੇਵਾਂ, ਬਾਜ ਵੀ ਆਪਣਾ ਘਰ ਨਹੀਂ ਬਣਾਉਂਦਾ, ਅਤੇ 18ਵੀਂ ਸਦੀ ਦੇ ਸਿੱਖ ਅਜਿਹਾ ਹੀ ਕਰਦੇ ਸਨ। ਠੀਕ ਹੈ, ਅਤੇ ਉਸ ਤੋਂ ਬਾਅਦ ਬੰਦਾ ਸਿੰਘ ਬਹਾਦਰ ਦੀ ਗੱਲ ਕਰ ਰਹੇ ਸੀ। ਬਾਬਾ ਬੰਦਾ ਸਿੰਘ ਬਹਾਦਰ ਬਾਰੇ ਤੁਹਾਨੂੰ ਦੱਸਦਾ